ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੰਤੇ ਸਤਿਗੁਰ ਬੋਲਿਆ, ਮੈਂ ਪਿਛੈ ਕੀਰਤਨ ਕਰਿਓ ਨਿਰਵਾਨ ਜੀਓ। ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਨ ਜੀਓ। ਹਰ ਕਥਾ ਪੜ੍ਹੀਐ, ਹਰ ਨਾਮ ਸੁਣੀਐ, ਬੇਬਾਨ ਹਰ ਰੰਗ ਗੁਰ ਭਾਵੈ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ। ਹਰ ਪਾਇਆ ਸਤਿਗੁਰ ਬੋਲਿਆ, ਹਰ ਪਾਇਆ ਸਤਿਗੁਰ ਬੋਲਿਆ। ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਧੰਨ ਧੰਨ ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਰਹਿਬਰ ਏ ਕਾਇਨਾਤ, ਦਸਖਾਂ ਪਾਤਸ਼ਾਹਾਂ ਦੀ ਜੋਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿਛਲੇ 8 ਦਿਨਾਂ ਤੋਂ ਲਗਾਤਾਰ ਬਾਬਾ ਸੁੰਦਰ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ, ਸਤ ਬਾਣੀ ਦੀ ਆਪਾਂ ਲਗਾਤਾਰ ਵਿਆਖਿਆ ਕਰਦੇ ਆ ਰਹੇ ਹਾਂ। ਦਾਤੇ ਨੇ ਕਿਰਪਾ ਕੀਤੀ, ਜਿੱਥੇ ਸਤ ਬਾਣੀ ਦੀ ਆਪਾਂ ਨੇ ਵਿਆਖਿਆ ਕੀਤੀ ਹੈ ਜਾਂ ਕਰ ਰਹੇ ਹਾਂ, ਉੱਥੇ ਹੀ ਆਪਾਂ ਨੇ 2 ਦਿਨ ਜੋ ਰਹਿਤ ਮਰਿਆਦਾ ਦੇ ਵਿੱਚ ਮ੍ਰਿਤਕ ਸੰਸਕਾਰ ਹੈ, ਉਹਦੀ ਵੀ ਆਪਾਂ ਨੇ ਬੜੀ ਡਿਟੇਲ ਦੇ ਨਾਲ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਾਡੇ ਪੰਥ ਨੇ ਜਿਹੜੀ ਰਹਿਤ ਦਿੱਤੀ ਹੈ, ਉਹਦੇ ਵਿੱਚ ਸਾਡਾ ਜਿਹੜਾ ਮ੍ਰਿਤਕ ਸੰਸਕਾਰ ਹੈ ਉਹ ਕਿਸ ਤਰ੍ਹਾਂ ਦਾ ਹੈ, ਅਤੇ ਅਸੀਂ ਆਪਣਾ ਜਿਹੜਾ ਮ੍ਰਿਤਕ ਸੰਸਕਾਰ ਹੈ ਕਿਸ ਤਰ੍ਹਾਂ ਕਰਨਾ ਹੈ। ਸੋ ਗੁਰੂ ਮਾਲਕ ਜੀ ਦੀ ਮਿਹਰਮਤ ਹੋਈ ਕਿ 4 ਪਦੇ ਆਪਾਂ ਕਰ ਚੁੱਕੇ ਸੀਗੇ ਜੀ। ਅੱਜ 5ਵੇਂ ਪਦੇ ਦੀ ਆਪਾਂ ਨੇ ਵਿਚਾਰ ਕਰਨੀਆਂ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਮਾਲਕ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਜੀ। ਦੋਵੇਂ ਹੱਥ ਜੋੜ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
सतगुर जी की बख्शिश हुई जी कि बाबा सुंदर जी गुरु अमरदास पातशाह जी का अखीरला समय जिहड़ा ਉਹਦੀ व्याख्या करते आ रहे हैं कि अखीर के समय ਦੇ ਵਿੱਚ गुरु अमरदास पातशाह जी ने की कहा है। तो गुरबाणी ਦੇ ਵਿੱਚ ਜਿਹੜੇ ਅੱਖਰ ਵਰਤੇ ਹੋਏ ਆ ਨਾ ਬਾਬਾ ਸੁੰਦਰ ਜੀ ਨੇ ਜਿਹੜੇ ਸ਼ਬਦ ਵਰਤੇ ਆ ਜੀ ਬੜੇ ਸੌਖੇ ਸ਼ਬਦ ਵਰਤੇ ਹੋਏ ਆ। ਸ਼ਾਇਦ ਕੋਈ ਜ਼ਿਆਦਾ ਲੋੜ ਨਹੀਂ ਹੈਗੀ ਕਿ ਇਹਨਾਂ ਅੱਖਰਾਂ ਨੂੰ ਖੋਲ੍ਹਿਆ ਜਾਵੇ, ਇਹਨਾਂ ਪੰਕਤੀਆਂ ਨੂੰ ਖੋਲ੍ਹਿਆ ਜਾਵੇ, ਕਿਉਂਕਿ ਜਦੋਂ ਆਪਾਂ ਪੰਕਤੀ ਪੜ੍ਹਦੇ ਆ ਤੇ ਨਾਲ ਦੀ ਨਾਲ ਹੀ ਇਹਦੇ ਅਰਥ ਆਪੇ ਕਲੀਅਰ ਹੋ ਰਹੇ ਨੇ। ਪੰਜਵੇਂ ਪਦੇ ਦੀ ਆਰੰਭਤਾ ਇੱਥੋਂ ਹੁੰਦੀ ਹੈ ਜੀ, ਅੰਤੇ ਸਤਿਗੁਰ ਬੋਲਿਆ। ਹੁਣ ਤੁਸੀਂ ਆਪ ਸ਼ਬਦ ਪੜ੍ਹ ਲਓ ਜੀ, ਅੰਤੇ। ਅੰਤੇ ਦਾ ਅਰਥ ਹੈ ਅਖੀਰਲਾ ਸਮਾਂ। ਵੈਸੇ ਤਾਂ ਗੁਰਬਾਣੀ ਨੇ ਸਾਨੂੰ ਇਹ ਕਿਹਾ ਕਿ ਸਾਡਾ ਹਰ ਇੱਕ ਪਲ ਅਖੀਰਲਾ ਹੈ। ਅਸੀਂ ਇੱਕ ਸਾਹ ਦੇ ਮਾਲਕ ਹੈ। ਦਾਅਵਾ ਨਹੀਂ ਕਰ ਸਕਦੇ ਕੋਈ ਸਾਡੀ ਉਮਰ ਇੰਨੀ, ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਇੰਨੇ ਸਾਲ ਜੀ ਕੇ ਜਾਣਾ ਆ। ਇਹ ਤਾਂ ਇਹ ਨਹੀਂ ਪਤਾ ਕਿ ਕਿਹੜੇ ਸਮੇਂ ਕਿਸ ਮੌੜ 'ਤੇ ਆ ਕੇ ਮੌਤ ਸਾਨੂੰ ਘੇਰ ਲਵੇ। ਸੱਚਾਈ ਇਹ ਹੈ। ਪਰ ਇੱਥੇ ਅੰਤੇ ਦਾ ਅਰਥ ਹੈ ਜਦੋਂ ਬਾਬਾ ਅਮਰਦਾਸ ਜੀ ਆਪਣੇ ਸਰੀਰ ਦਾ ਚੋਲਾ ਤਿਆਗਣ ਲੱਗੇ। ਇਹ ਇੱਕ ਇਤਿਹਾਸ ਦਾ ਬਹੁਤ ਵੱਡਾ ਨੁਕਤਾ ਹੈ ਜੀ। ਗੁਰੂ ਨਾਨਕ ਬਾਬੇ ਨੂੰ ਜਦੋਂ ਪਤਾ ਲੱਗ ਜਾਂਦਾ ਆ ਕਿ ਭਾਈ ਹੁਣ ਮੇਰਾ ਅਖੀਰਲਾ ਸਮਾਂ ਆ ਜਾਂਦਾ ਆ, ਆਪਣੇ ਸਵਾਸ ਚੱਲਦੇ ਬਾਬਾ ਨਾਨਕ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਗੱਦੀ ਦੇ ਕੇ ਜਾਂਦੇ ਆ। ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪਤਾ ਲੱਗਦਾ ਕਿ ਹੁਣ ਮੈਂ ਸਰੀਰਕ ਚੋਲਾ ਤਿਆਗਣਾ ਆ, ਫਿਰ ਬਾਪੂ ਅਮਰੂ ਨੂੰ ਗੱਦੀ ਦੇ ਕੇ ਜਾਂਦੇ ਆ। ਹੁਣ ਬਾਪੂ ਅਮਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅਖੀਰਲਾ ਸਮਾਂ ਆ, ਤੇ ਸਤਿਗੁਰ ਜੀ ਨੂੰ ਵੀ ਪਤਾ ਕਿ ਹੁਣ ਸਮਾਂ ਨੇੜੇ ਆ। ਭਾਈ ਜਿਹੜੀ ਜ਼ਿੰਮੇਵਾਰੀ ਮੈਂ ਗੁਰਤਾ ਗੱਦੀ ਵਾਲੀ ਨਿਭਾਉਣੀ ਹੈ ਉਹ ਵੀ ਨਿਭਾ ਦੇਵਾਂ, ਕਿਉਂਕਿ ਸਮਾਂ ਬੜਾ ਨੇੜੇ ਆ ਗਿਆ। ਮੈਂ ਸਰੀਰ ਦਾ ਇਹ ਚੋਲਾ ਹੁਣ ਤਿਆਗਣਾ ਹੈ। ਬਾਬਾ ਸੁੰਦਰ ਜੀ ਕਹਿੰਦੇ ਕਿ ਅੰਤੇ ਸਤਿਗੁਰ ਬੋਲਿਆ। ਅਰਥ ਕੀ ਬਣ ਗਏ ਜੀ ਕਿ ਜਦੋਂ ਅਖੀਰਲਾ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਆਇਆ, ਸਤਿਗੁਰ ਬੋਲੇ। ਕੀ ਬੋਲੇ ਜੀ ਕਿ ਮੇਰੀ ਜਗ੍ਹਾ ਦਾ ਬਟਵਾਰਾ ਕਰ ਲਿਓ, ਦੁਕਾਨਾਂ ਆਪਸ ਵਿੱਚ ਵੰਡ ਲਿਓ, ਜ਼ਮੀਨ ਦਾ ਰੌਲਾ ਨਾ ਪਵੇ ਜੀ ਕੋਈ। ਇਹ ਗੱਲ ਬੋਲੀ ਜੀ? ਨਹੀਂ। ਸਤਿਗੁਰ ਬੋਲੇ ਮੈਂ ਪਿੱਛਾ ਕੀਰਤਨ ਕਰਿਓ, ਨਿਰਵਾਣ ਜੀਓ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੇਰੇ ਪੁੱਤਰੋ, ਮੇਰੇ ਭਾਈਓ, ਮੇਰੇ ਰਿਸ਼ਤੇਦਾਰੋ, ਗੁਰੂ ਨਾਨਕ ਬਾਬੇ ਦੀ ਸੰਗਤ ਜਿਹੜੀ ਸਤਿਗੁਰ ਦੇ ਆਲੇ ਦੁਆਲੇ ਖਲੋਤੀ ਹੈ ਕਿ ਜਦੋਂ ਮੈਂ ਆਪਣੇ ਸਰੀਰਕ ਚੋਲੇ ਨੂੰ ਤਿਆਗਾਂ, ਸਰੀਰਕ ਚੋਲੇ ਨੂੰ ਮੈਂ ਛੱਡਾਂ, ਮੇਰੇ ਜਾਣ ਤੋਂ ਪਿੱਛੋਂ ਸਿਰਫ ਤੇ ਸਿਰਫ ਨਿਰਵਾਣ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਕੀਰਤਨ ਕਰਨਾ ਹੈ, ਹੋਰ ਕੋਈ ਕਰਮ ਕਾਂਡ ਨਹੀਂ ਕਰਨਾ ਜੀ। ਇੱਥੇ ਇੱਕ ਪੰਕਤੀ ਹੀ ਸਾਡੇ ਬਹੁਤ ਕਰਮ ਕਾਂਡ ਜਿਹੜੀ ਉਹ ਰੱਦ ਕਰਕੇ ਰੱਖ ਦਿੰਦੀ ਹੈ ਕਿ ਪਿੱਛੇ ਮੇਰੇ ਜਾਣ ਤੋਂ ਪਿੱਛੋਂ ਪਹਿਲਾਂ ਸਤਿਗੁਰ ਨੇ ਆਖਿਆ ਰੋਣਾ ਨਹੀਂ ਹੈ ਜੀ। ਦੂਜੀ ਗੱਲ ਆਖੀ ਕਿ ਨਿਰਵਾਣ ਕੀਰਤਨ ਕਰਨਾ ਆ, ਨਿਰੋਲ ਕੀਰਤਨ ਕਰਨਾ ਆ। ਇਸ ਤੋਂ ਇਲਾਵਾ ਹੋਰ ਦੁਨੀਆ ਦਾ ਕੋਈ ਕਰਮ ਕਾਂਡ ਨਹੀਂ ਕਰਨਾ ਆ। ਉਹ ਕਰਮ ਕਾਂਡਾਂ ਦੀ ਗੱਲ ਆਪਾਂ ਕੱਲ੍ਹ ਵੀ ਕਰ ਚੁੱਕੇ ਹਾਂ ਜੀ। ਤੇ ਇਸੇ ਹੀ ਬੰਦ ਦੇ ਵਿੱਚ ਅੱਜ ਫਿਰ ਆਪਾਂ ਕਰਮ ਕਾਂਡਾਂ ਦੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਕਰਮ ਕਾਂਡਾਂ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਰੋਕਿਆ। ਇਹ ਪੰਕਤੀ ਨੂੰ ਆਪਣੇ ਹਿਰਦੇ 'ਚ ਵਸਾ ਲਈਏ। ਜਦੋਂ ਸਾਡਾ ਵੀ ਅੰਤਿਮ ਸਮਾਂ ਆਵੇ ਤੇ ਅਸੀਂ ਵੀ ਆਪਣੇ ਪਰਿਵਾਰ ਨੂੰ ਕਹਿ ਕੇ ਜਾਈਏ ਕਿ ਜਦੋਂ ਭਾਈ ਸਾਡਾ ਸਰੀਰਕ ਚੋਲਾ ਤਿਆਗਿਆ ਗਿਆ ਤੇ ਪਿੱਛੇ ਸਿਰਫ ਨਿਰੋਲ ਕੀਰਤਨ ਹੀ ਕਰਨਾ ਹੈ ਗੁਰਬਾਣੀ ਦਾ, ਉਸ ਤੋਂ ਇਲਾਵਾ ਹੋਰ ਦੁਨੀਆ ਦੇ ਕੋਈ ਕਰਮ ਕਾਂਡ ਨਹੀਂ ਕਰਨੇ ਹੈ। ਬੜਾ ਸੌਖੀ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਨੇ ਕਹਿ ਦਿੱਤੀ ਹੈ। ਹੁਣ ਦੂਜੀ ਪੰਕਤੀ ਬੜੀ ਪਿਆਰੀ ਹੈ ਜੀ, ਤੇ ਇਸ ਪੰਕਤੀ ਦਾ ਭੁਲੇਖਾ ਬਹੁਤ ਵੱਡਾ ਹੈ। ਮੈਂ ਫਿਰ ਬੇਨਤੀ ਕਰਦਾ, ਮੈਂ ਕੱਲ੍ਹ ਵੀ ਬੇਨਤੀਆਂ ਬੜੀ ਕੀਤੀਆਂ ਜੀ, ਅੱਜ ਫਿਰ ਬੇਨਤੀ ਕਰਦਾ। ਜਿੰਨਾ ਟਾਈਮ ਸਾਨੂੰ ਗੁਰਬਾਣੀ ਦੇ ਵਿੱਚ ਸਾਨੂੰ ਵਿਆਕਰਨ ਦੇ ਨੁਕਤੇ ਨਹੀਂ ਪਤਾ ਹੋਣਗੇ ਜੀ, ਅਸੀਂ ਗੁਰਬਾਣੀ ਦੇ ਅਰਥ ਨਹੀਂ ਕਰ ਸਕਦੇ। ਹੁਣ ਤੁਹਾਨੂੰ ਮੈਂ ਇਸ ਪੰਕਤੀ ਵਿੱਚ ਦੱਸੂਗਾ, ਇੱਕ ਔਂਕੜ ਨਾ ਹੋਣ ਕਰਕੇ ਹੀ ਕਿੱਡਾ ਖਲਾਰਾ ਪੈ ਜਾਣਾ ਜੀ। ਔਂਕੜ ਹੈ ਤੇ ਕੀ ਬਣੇਗਾ, ਜੇ ਔਂਕੜ ਨਹੀਂ ਹੈ ਤੇ ਕੀ ਬਣੇਗਾ। ਮੈਂ ਫੇਰ ਕਹਿੰਦਾ ਕਿ ਇਹ ਜਿਹੜੇ ਵਿਸ਼ੇ ਨੇ ਬਹੁਤ ਵੱਡੇ ਪੱਧਰ 'ਤੇ ਸਾਨੂੰ ਬਿਆਨਣੇ ਚਾਹੀਦੇ ਆ, ਵਿਆਖਿਆ ਕਰਨੀ ਚਾਹੀਦੀ ਹੈ। ਪਰ ਸਾਡੇ ਅੰਦਰ ਇੱਛਾ ਨਹੀਂ ਹੈ ਸਿੱਖਣ ਦੀ, ਅਸੀਂ ਸਿੱਖਣਾ ਨਹੀਂ ਚਾਹੁੰਦੇ ਹਾਂ ਜੀ।
ਪਰ ਇੱਥੇ ਤੁਸੀਂ ਹੁਣ ਛੋਟੀ ਜਿਹੀ ਗੱਲ ਸੁਣਿਓ ਜੀ ਧਿਆਨ ਨਾਲ। ਜੇ ਸਿਰਫ ਮੈਂ ਇਹਦੇ ਅੱਖਰੀ ਅਰਥ ਕਰੂੰਗਾ, ਤੁਸੀਂ ਵੀ ਅੱਖਰੀ ਅਰਥ ਆਪੇ ਕਰ ਸਕਦੇ ਹੋ। ਇਹ ਗੁਰੂ ਪਾਤਸ਼ਾਹ ਕੀ ਕਹਿ ਰਹੇ ਹੈ ਜੀ? ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ। ਦੂਜੀ ਗੱਲ ਕੀ ਕਹੀ ਜੀ? ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਾਨ ਜੀਓ। ਅਰਥ ਕੀ ਬਣ ਗਏ ਜੀ? ਕਿ ਮੇਰੇ ਜਾਣ ਤੋਂ ਬਾਅਦ ਕੇਸੋ ਗੋਪਾਲ ਪੰਡਿਤ ਨੂੰ ਸੱਦ ਲਿਓ ਭਾਈ, ਜਿਹੜਾ ਆ ਕੇ ਪੁਰਾਣ ਦੀ ਕਥਾ ਕਰ ਲੇਗਾ। ਅਰਥ ਤਾਂ ਹੀ ਬਣ ਗਏ ਜੇ ਆਪਾਂ ਸਿੱਧੇ ਤੌਰ ਤੇ ਅਰਥ ਕਰਨੇ ਹੋਣ। ਛੋਟੀ ਜਿਹੀ ਉਦਾਹਰਨ ਦੇ ਦਿਆ ਕਿ ਮੰਨ ਲਓ ਕੋਈ ਬੰਦਾ ਬੈਠਾ ਹੈ, ਉਹਦੇ ਕੋਲ ਹਥਿਆਰ ਪਿਆ, ਅਵੇਸਲਾ ਹੈ, ਸੁੱਤਾ ਪਿਆ ਜਾਂ ਕਹਿ ਲਓ ਸੋਝੀ ਵਿੱਚ ਨਹੀਂ ਹੈ। ਦੁਸ਼ਮਣ ਕੀ ਕਰੇਗਾ ਜੀ? ਦੁਸ਼ਮਣ ਉਹਦਾ ਹੀ ਹਥਿਆਰ ਚੱਕ ਕੇ ਕੀ ਕਰੇਗਾ ਜੀ? ਉਹਨੂੰ ਇਹ ਮਾਰ ਦੇਗਾ, ਕਿਉਂਕਿ ਉਹ ਅਵੇਸਲਾ ਬੈਠਾ, ਸੁੱਤਾ ਪਿਆ, ਉਹਨੂੰ ਸੋਝੀ ਕੋਈ ਨਹੀਂ ਹੈ। ਹੁਣ ਕੱਲ੍ਹ ਨੂੰ ਸਾਨੂੰ ਕੋਈ ਆ ਕੇ, ਮਾਫ਼ ਕਰਿਓ ਹਜੇ ਅਰਥ ਨਹੀਂ ਕਰਨ ਲੱਗਾ, ਕੱਲ੍ਹ ਨੂੰ ਜਿੰਨੇ ਤੁਸੀਂ ਬੈਠੇ ਹੋ, ਕੱਲ੍ਹ ਨੂੰ ਤੁਹਾਨੂੰ ਕੋਈ ਬੰਦਾ ਕਹਿ ਦੇਵੇ ਕਿ ਤੁਹਾਡੇ ਹੀ ਗੁਰੂ ਅਮਰਦਾਸ ਪਾਤਸ਼ਾਹ ਕਹਿ ਕੇ ਗਏ ਆ ਜੀ ਕਿ ਮੇਰੇ ਮਰਨ ਤੋਂ ਬਾਅਦ ਭਾਈ ਕੇਸੋ ਰੂਪੀ ਗੋਪਾਲ ਪੰਡਤ ਨੂੰ ਸੱਦਣਾ ਹੈ, ਕੇਸੋ ਗੋਪਾਲ ਪੰਡਤ ਨੂੰ ਸੱਦਣਾ ਹੈ, ਜਿਹੜਾ ਆ ਕੇ ਭਾਈ ਪੁਰਾਣ ਦੀ ਕਥਾ ਕਰੇ। ਕਿ ਤੁਹਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਹੋਏਗਾ ਜੀ? ਜੇ ਸਾਨੂੰ ਨੌਲੇਜ ਨਹੀਂ ਹੈ। ਹੁਣ ਇਸ ਪੰਕਤੀ ਦਾ ਐਡਾ ਭੁਲੇਖਾ ਪਾ ਦਿੱਤਾ ਗਿਆ ਆ ਕਿ ਸਾਡੇ ਬਹੁਤ ਲੋਕਾਂ ਕੋਲ ਜਵਾਬ ਨਹੀਂ ਹੈ। ਕਿ ਸਤਿਗੁਰ ਨੇ ਤਾਂ ਖੁਦ ਲਿਖਤਾ ਜੀ ਇਹ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ। ਕਿ ਭਾਈ ਕੇਸੋ ਰੂਪੀ ਗੋਪਾਲ ਪੰਡਤ ਨੂੰ ਸੱਦ ਲਿਓ, ਜੋ ਉਹ ਆ ਕੇ ਭਾਈ ਇੱਥੇ ਪੁਰਾਣ ਦੀ ਕਥਾ ਕਰੇਗਾ। ਉਹ ਨੁਕਤਾ ਬੜਾ ਔਖਾ ਹੈ, ਸਮਝਣਾ ਪੈਣਾ ਆ। ਪਹਿਲਾਂ ਤਾਂ ਗੁਰਬਾਣੀ ਸਾਨੂੰ ਐਡੀ ਨੌਲੇਜ ਹੋਣੀ ਚਾਹੀਦੀ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੇਸੋ ਦਾ ਅਰਥ ਕੀ ਹੈ। ਜੇ ਤੁਸੀਂ ਮੋਟੇ ਮੋਟੇ ਤਾਂ ਮੈਂ ਅਰਥ ਕਰਤੇ ਜੀ ਕਿ ਭਾਈ ਫਲਾਣੇ ਪੰਡਤ ਨੂੰ ਸੱਦ ਲਿਓ, ਉਹ ਪੁਰਾਣ ਦੀ ਕਥਾ ਕਰ ਲਏਗਾ। ਪਰ ਜੇ ਹੁਣ ਤੁਸੀਂ ਗੁਰਮਤਿ ਦੇ ਅਕੋਰਡਿੰਗ ਕਰਨੇ, ਅਸਲ 'ਚ ਗੁਰੂ ਪਾਤਸ਼ਾਹ ਕਹਿ ਕੇ ਕੀ ਗਏ ਆ, ਉਹਦੇ ਲਈ ਅਰਥ ਕਰਨੇ ਆ, ਫਿਰ ਗੁਰਬਾਣੀ ਦੇ ਹੋਰ ਨੁਕਤੇ ਵੀ ਤੁਹਾਨੂੰ ਸਾਹਮਣੇ ਰੱਖਣੇ ਪੈਣੇ ਆ। ਹੁਣ ਕੇਸੋ ਨੂੰ ਤੁਸੀਂ ਪੜ੍ਹਦੇ ਹੋ ਤੇ ਸਤਿਗੁਰ ਦੀ ਗੁਰਬਾਣੀ ਤੁਸੀਂ ਪੜ੍ਹੋ, ਤੇ ਇੱਕ ਨਹੀਂ ਬਹੁਤ ਥਾਵਾਂ ਤੇ ਰੱਬ ਨੂੰ ਕੇਸਾ ਵਾਲਾ ਕਿਹਾ ਗਿਆ ਆ। ਕੇਸੋ ਕੇਸੋ ਕੂਕੀ ਹੈ ਅਸੀਂ ਪੜ੍ਹਦੇ ਆ। ਆਓ ਕਲੰਦਰ ਕੇਸਵਾ। ਹੁਣ ਕੇਸਵਾ ਦੇ ਅਰਥ ਤੁਸੀਂ ਪੜ੍ਹ ਲਓ ਜੀ ਕਿ ਉੱਥੇ ਕੇਸਾ ਵਾਲਾ ਪਰਮਾਤਮਾ ਜਿਹਦੇ ਬਾਣ ਨੇ, ਜਿਹਦੇ ਕੇਸ ਨੇ। ਮੈਂ ਉਸ ਰੱਬ ਨੂੰ ਕੂਕਾਂ ਮਾਰ ਕੇ ਯਾਦ ਕਰ ਰਿਹਾ ਜਿਹਦੇ ਲੰਬੇ ਲੰਬੇ ਕੇਸ ਨੇ, ਜਿਹਦੇ ਲੰਬੇ ਲੰਬੇ ਬਾਣ ਨੇ। ਜੇ ਰੱਬ ਦਾ ਚਿੱਤਰ ਬਣਾਇਆ ਵੀ ਹੈ ਗੁਰਬਾਣੀ ਨੇ ਤੇ ਉਹਨੂੰ ਕੇਸਾਧਾਰੀ ਬਣਾਇਆ, ਬਿਨਾਂ ਕੇਸਾਂ ਤੋਂ ਰੱਬ ਨੂੰ ਨਹੀਂ ਬਣਾਇਆ। ਹੁਣ ਪਹਿਲੀ ਤਾਂ ਸਾਡਾ ਇੱਕ ਅੱਖਰ ਕੇਸੋ ਤਾਂ ਇੱਥੇ ਹੀ ਹੱਲ ਹੋ ਗਿਆ ਕਿ ਜਿਹੜਾ ਇਹ ਕੇਸੋ ਅੱਖਰ ਹੈ ਇਹ ਕਿਸੇ ਬੰਦੇ ਵਾਸਤੇ ਨਹੀਂ ਹੈ। ਕਿਹਦੇ ਵਾਸਤੇ ਆ ਜੀ? ਰੱਬ ਵਾਸਤੇ। ਅੱਗੇ ਸ਼ਬਦ ਆ ਜੀ ਗੋਪਾਲ। ਹੁਣ ਗੋਪਾਲ ਦੇ ਤੁਸੀਂ ਅਰਥ ਜੇ ਕਰਨੇ ਹੋਗੇ ਤਾਂ ਬੰਦੇ ਦਾ ਨਾਮ ਹੈ ਜੀ। ਪਰ ਜੇ ਹੁਣ ਗੁਰਬਾਣੀ ਦਾ ਨੁਕਤਾ ਸਮਝ ਲਿਓ, ਜੇ ਇਕੱਲਾ ਕਿਸੇ ਬੰਦੇ ਵਾਸਤੇ ਗੋਪਾਲ ਵਰਤਿਆ ਹੁੰਦਾ ਜੀ ਫਿਰ ਲੱਲੇ ਨੂੰ ਥੱਲੇ ਔਂਕੜ ਆਉਣੀ ਸੀਗੀ, ਪਰ ਇੱਥੇ ਔਂਕੜ ਦੇਖੋ ਹੈ ਨਹੀਂ ਹੈ। ਧਿਆਨ ਦਿਓ ਜੀ ਨੁਕਤੇ ਵੱਲ, ਕਿਉਂਕਿ ਇਹ ਪੰਕਤੀ ਦਾ ਬੜਾ ਉਹ ਕਹਿ ਲਓ ਕਿ ਗਲਤ ਵਰਤੋਂ ਕੀਤੀ ਗਈ ਹੈ। ਜੇ ਇਕੱਲਾ ਗੋਪਾਲ ਕਿਸੇ ਪੰਡਤ ਦੇ ਲਈ ਆਉਂਦਾ ਕਿ ਫਲਾਣੇ ਦਾ ਨਾਮ ਪੰਡਤ ਗੋਪਾਲ ਹੈ ਭਾਈ, ਫਿਰ ਜੇ ਇੱਕ ਗੋਪਾਲ ਦੀ ਗੱਲ ਕਰਦੇ ਤੇ ਇਹਦਾ ਮਤਲਬ ਇਹ ਥੱਲੇ ਕੀ ਆਉਂਦਾ ਜੀ? ਲੱਲੇ ਨੂੰ ਔਂਕੜ। ਉਹ ਕੀ ਔਂਕੜ ਇੱਕ ਵਾਚਕ ਤੁਸੀਂ ਕਹਿ ਲਓ ਕਿ ਭਾਈ ਉਹਦਾ ਸੂਚਕ ਹੁੰਦੀ ਹੈ ਜਦੋਂ ਅਸੀਂ ਇੱਕ ਦੀ ਗੱਲ ਕਰਦੇ ਆ। ਹੁਣ ਇੱਥੇ ਥੱਲੇ ਦੇਖੋ ਲੱਲੇ ਦੇ ਔਂਕੜ ਹੈਗੀ ਹੈ ਜੀ? ਨਹੀਂ ਹੈਗੀ। ਤੇ ਇਹਦਾ ਮਤਲਬ ਕੀ ਹੈ ਜੀ? ਇੱਥੇ ਗੋਪਾਲ ਦੇ ਅਰਥ ਹੈ, ਗੋ ਦਾ ਅਰਥ ਹੁੰਦਾ ਧਰਤੀ ਤੇ ਪਾਲ ਦਾ ਅਰਥ ਹੁੰਦਾ ਜਿਹੜਾ ਧਰਤੀ ਨੂੰ ਪਾਲਣ ਵਾਲਾ। ਦੋ ਅੱਖਰ ਹੋ ਗਏ, ਦੋਨਾਂ ਅੱਖਰ ਨੂੰ ਸਮਝ ਲਿਓ ਜੀ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਿ ਲੰਬੇ ਲੰਬੇ ਕੇਸਾਂ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਧਰਤੀ ਨੂੰ ਪਾਲਣ ਵਾਲਾ। ਪੰਡਿਤ, ਉਹ ਨੋਟ ਕਰੋ ਜੀ ਪੰਡਿਤ ਦੇ ਸਪੈਲਿੰਗ ਨੂੰ ਵੀ। ਜੇ ਇੱਕ ਪੰਡਿਤ ਦੀ ਗੱਲ ਚੱਲਦੀ ਫਿਰ ਵੀ ਥੱਲੇ ਔਂਕੜ ਆਉਂਦੀ, ਇੱਕ ਪੰਡਿਤ ਦੀ ਗੱਲ ਹੋ ਰਹੀ ਹੈ। ਪਰ ਇੱਥੇ ਔਂਕੜ ਨਹੀਂ ਹੈ ਤੇ ਬਹੁ ਵਚਨ ਦੀ ਗੱਲ ਹੋ ਰਹੀ ਹੈ ਕਿ ਭਾਈ ਬਹੁਤੇ ਪੰਡਤਾਂ ਨੂੰ, ਨੋਟ ਕਰਿਓ ਬਹੁਤੇ ਪੰਡਤਾਂ ਨੂੰ। ਹੁਣ ਇੱਥੇ ਗੱਲ ਅਸੀਂ ਅਰਥ ਜਦੋਂ ਕਰਦੇ ਹਾਂ ਤੇ ਅਰਥ ਕਰਦੇ ਕਰਦੇ ਅਸੀਂ ਕਿਤੇ ਗਲਤ ਨਾ ਅਰਥ ਕਰ ਜਾਈਏ। ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਕੀ ਹੈ, ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ ਕੀ ਹੈ।
ਮਾਲਕ ਜੀ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਵੱਡੇ ਵੱਡੇ ਕੇਸਾਂ ਵਾਲਾ ਹੈ, ਜਿਹੜਾ ਧਰਤੀ ਦਾ ਰਖਵਾਲਾ ਅਕਾਲ ਪੁਰਖ ਵਾਹਿਗੁਰੂ ਧਰਤੀ ਨੂੰ ਪਾਲਣ ਵਾਲਾ ਆ, ਕਹਿੰਦੇ ਉਹਨਾਂ ਦੇ ਪੰਡਤਾਂ ਨੂੰ ਸੱਦ ਲਿਓ। ਉਹਨਾਂ ਦੇ ਪੰਡਤਾਂ ਨੂੰ ਅਰਥ ਹੈ ਉਹਨਾਂ ਦੇ ਗੁਰਸਿੱਖਾਂ ਨੂੰ ਸੱਦ ਲਿਓ, ਗੁਰੂ ਦੇ ਗੁਰਸਿੱਖਾਂ ਨੂੰ ਸੱਦ ਲਿਓ ਭਾਈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਿੱਖਾਂ ਨੂੰ ਸੱਦਿਓ। ਤੇ ਕੀ ਬਣੇਗਾ ਜੀ ਫਿਰ ਜਦੋਂ ਉਹਨਾਂ ਨੂੰ ਆਪਾਂ ਸੱਦਾਂਗੇ ਜੀ? ਫਿਰ ਮਾਲਕ ਜੀ ਕਹਿੰਦੇ ਕਿ ਭਾਈ ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਨ ਜੀ। ਹੁਣ ਇੱਕ ਦੋ ਨੁਕਤਾ ਹੋਰ ਦੇ ਦਿਓ ਜੀ। ਪੰਡਤ ਕੌਣ ਹੁੰਦਾ? ਉਹ ਸੁਖਮਨੀ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ ਜੀ। ਇੱਕ ਪੰਕਤੀ ਹੋ ਜਿਹਦੇ ਵਿੱਚ ਆਪਾਂ ਇਹ ਗੱਲ ਕਰਦੇ ਆ ਜੀ ਕਿ ਸੋ ਪੰਡਤ ਜੋ ਮਨ ਪ੍ਰਬੋਧੇ। ਤੁਸੀਂ ਉੱਥੇ ਪੰਡਤ ਨੂੰ ਪੜ੍ਹਿਓ, ਉੱਥੇ ਪੰਡਤ ਦੇ ਔਂਕੜ ਹੈ ਜੀ, ਕਿਉਂਕਿ ਇੱਕ ਪੰਡਤ ਦੀ ਗੱਲ ਆ ਉੱਥੇ, ਇੱਥੇ ਇੱਕ ਪੰਡਤ ਦੀ ਗੱਲ ਨਹੀਂ ਹੈ। ਸੱਦਿਓ ਦਾ ਅਰਥ ਆਵਾਜ਼ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਪੰਡਤਾਂ ਨੂੰ। ਹੁਣ ਪੰਡਤ ਕੌਣ ਹੈ ਜੀ? ਸੋ ਪੜ੍ਹਿਆ, ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਦਿਓ। ਪੰਡਤ ਦੀ ਡੈਫੀਨੇਸ਼ਨ ਹੈ ਜਿਹੜਾ ਸ਼ਬਦ ਦੀ ਵਿਚਾਰ ਕਰੇ ਉਹ ਪੰਡਿਤ ਹੈ। ਤੇ ਪੰਡਤ ਦਾ ਅਰਥ ਹੁੰਦਾ ਵਿਦਵਾਨ। ਜਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣ ਸ਼ਬਦ ਆਊਗਾ ਜੀ ਉਹ ਜਾਤੀ ਸੂਚਕ ਹੈ, ਜਾਤ ਲਈ ਵਰਤਿਆ ਹੋਇਆ। ਪਰ ਜਿੰਨੀ ਵਾਰੀ ਪੰਡਤ ਸ਼ਬਦ ਆਊਗਾ ਉਹ ਵਿਦਵਾਨ ਲਈ ਵਰਤਿਆ ਗਿਆ। ਜਿੰਨੀ ਵਾਰੀ ਤੁਸੀਂ ਪੜ੍ਹੋਗੇ। ਹੁਣ ਮੈਂ ਲਹਿਜੇ ਦੇ ਨਾਲ ਹੌਲੀ ਹੌਲੀ ਗੱਲ ਕਰ ਰਿਹਾ ਤਾਂ ਕਿ ਤੁਹਾਨੂੰ ਗੱਲ ਸਮਝ ਪਵੇ, ਕਿਉਂਕਿ ਇਸ ਪੰਕਤੀ ਦਾ ਭੁਲੇਖਾ ਆਪਾਂ ਨੇ ਦੂਰ ਕਰਨਾ ਜਿਹੜਾ ਲੋਕਾਂ 'ਚ ਪਿਆ ਹੋਇਆ। ਫਿਰ ਸੁਣ ਲਿਓ ਜੀ ਧਿਆਨ ਨਾਲ। ਹੁਣ ਪੰਡਿਤ ਤਾਂ ਆਪਣਾ ਕਲੀਅਰ ਹੋ ਗਿਆ ਜੀ। ਅਕਾਲ ਪੁਰਖ ਵਾਹਿਗੁਰੂ ਜਿਹੜਾ ਕੇਸਾਂ ਵਾਲਾ, ਜਿਹੜਾ ਧਰਤੀ ਨੂੰ ਪਾਲਣ ਵਾਲਾ, ਉਹਦੇ ਪੰਡਤਾਂ ਨੂੰ ਸੱਦ ਲਿਓ। ਉਹਦੇ ਪੰਡਤਾਂ ਨੂੰ ਅਰਥ ਕੀ ਆ? ਉਹਦੇ ਸਿੱਖਾਂ ਨੂੰ, ਉਹਦੇ ਵਿਦਵਾਨਾਂ ਨੂੰ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਸੱਦ ਲਿਓ। ਤੇ ਸੱਦ ਕੇ ਕੀ ਕਰੀਏ ਜੀ? ਹਰ ਹਰ ਕਥਾ ਪੜ੍ਹੇ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਪੜ੍ਹੇ। ਹੁਣ ਥੋੜ੍ਹਾ ਜਿਹਾ ਵਿਸ਼ਰਾਮ ਵੀ ਗਲਤ ਹੋ ਗਿਆ ਤਾਂ ਔਖਾ ਹੋ ਜਾਣਾ। ਹੁਣ ਇੱਥੇ ਲੋਕ ਇਹਦੇ ਅਰਥ ਇਹ ਕਰ ਦਿੰਦੇ ਆ ਜੀ ਹਰ ਹਰ ਕਥਾ ਪੜ੍ਹੇ ਪੁਰਾਨ ਜੀਓ। ਅਰਥ ਇਹ ਕਰ ਦਿੰਦੇ ਜੀ ਉਹ ਆਉਣ ਤੇ ਆ ਕੇ ਪੁਰਾਨ ਦੀ ਕਥਾ ਕਰਨ। ਨੋਟ ਕਰਿਓ ਜੀ ਗੱਲ। ਜਿੱਥੇ ਅਰਥ ਹੋਣਗੇ ਦਾ, ਦੇ, ਦੀ। ਨੋਟ ਕਰ ਲਓ ਗੱਲ। ਜਿੱਥੇ ਅਰਥ ਹੋਣਗੇ ਦਾ, ਦੇ, ਦੀ, ਉੱਥੇ ਸਿਹਾਰੀ ਲੱਗੀ ਹੋਏਗੀ। ਤੁਸੀਂ ਰੋਜ਼ ਪੜ੍ਹਦੇ ਹੋ। ਛੋਟੀ ਜਿਹੀ ਗੱਲ ਕਹਿ ਦਵਾਂ, ਰੋਜ਼ ਤੁਸੀਂ ਪੜ੍ਹਦੇ ਹੋ ਜੀ ਗੁਰਪ੍ਰਸਾਦ, ਤੇ ਦੱਦੇ ਨੂੰ ਕੀ ਲੱਗੀ ਹੋਈ ਹੈ ਜੀ? ਸਿਹਾਰੀ ਲੱਗੀ ਹੋਈ ਹੈ। ਅਰਥ ਕੀ ਬਣ ਗਏ? ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ। ਜਿੱਥੇ ਵੀ ਦਾ, ਦੇ, ਦੀ ਦੇ ਅਰਥ ਹੋਣਗੇ ਉੱਥੇ ਸਿਹਾਰੀ ਲੱਗੀ ਹੋਣਗੀ। ਜੇ ਇੱਥੇ ਪੁਰਾਣ ਦੇ ਅਰਥ ਇਹ ਹੁੰਦੇ ਕਿ ਆ ਕੇ ਪੁਰਾਣ ਦਾ ਪਾਠ ਕੀਤਾ ਜਾਵੇ, ਪੁਰਾਣ ਦੇ ਅਰਥ ਕੀਤੇ ਜਾਣ, ਪੁਰਾਣ ਦੀ ਵਿਆਖਿਆ ਕੀਤੀ ਜਾਵੇ, ਇਹਦਾ ਮਤਲਬ ਇਹ ਆ ਕਿ ਨਾਣੇ ਨੂੰ ਕੀ ਹੋਣੀ ਚਾਹੀਦੀ ਸੀਗੀ ਜੀ? ਸਿਹਾਰੀ। ਪਰ ਇੱਥੇ ਨਾਣੇ ਨੂੰ ਸਿਹਾਰੀ ਨਹੀਂ ਹੈ। ਇੱਥੇ ਨਾਣੇ ਨੂੰ ਕੀ ਹੈ ਜੀ? ਔਂਕੜ। ਹੁਣ ਇਹਦੇ ਅਰਥ ਕੀ ਬਣ ਜਾਣਗੇ ਜੀ? ਇਹਦੇ ਅਰਥ ਬਣ ਜਾਣਗੇ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਆ ਕੇ ਕਥਾ ਕਰਨ, ਤੇ ਸਾਡੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੀ ਹੀ ਕਥਾ ਕਰਨੀ ਸਾਡੇ ਵਾਸਤੇ ਪੁਰਾਣ ਦੀ ਕਥਾ ਹੈ। ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਅਸੀਂ ਰੋਜ਼ ਪੜ੍ਹਦੇ ਹਾਂ ਜੀ। ਹੁਣ ਫਿਰ ਮੇਰੇ ਧਿਆਨ ਨਾਲ ਸੁਣ ਲਿਓ ਜੀ ਅਰਥਾਂ ਨੂੰ ਜੋ ਗੁਰੂ ਪਾਤਸ਼ਾਹ ਨੇ ਕੀਤੇ ਆ ਜੀ। ਕਿਸੇ ਨੂੰ ਕੋਈ ਡਾਊਟ ਹੋਵੇ ਕਿ ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀ। ਪੁਰਾਣ ਦੇ ਇੱਥੇ ਅਰਥ ਹੈ ਕਿ ਸਾਡੇ ਵਾਸਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਰਨੀ ਸਾਡੇ ਵਾਸਤੇ ਪੁਰਾਣ ਦੀ ਕਥਾ ਹੈ। ਨਾ ਕਿ ਇਹਦੇ ਇੱਥੇ ਅਰਥ ਇਹ ਕਰਨੇ ਆ ਕਿ ਪੁਰਾਣ ਦੀ ਆ ਕੇ ਕਥਾ ਕਰਨ। ਜੇ ਪੁਰਾਣ ਦੀ ਕਥਾ ਹੁੰਦੀ ਤੇ ਨਾਣੇ ਨੂੰ ਕੀ ਲੱਗੀ ਹੁੰਦੀ ਜੀ? ਸਿਹਾਰੀ। ਪਰ ਇੱਥੇ ਨਾਣੇ ਨੂੰ ਕੀ ਲੱਗੀ ਹੋਈ ਆ? ਔਂਕੜ। ਤੇ ਔਂਕੜ ਫਿਰ ਮੈਂ ਕਹਿ ਦੇਵਾਂ ਜੀ ਇੱਕ ਬਚਨ ਦਾ ਹੁੰਦਾ ਆ। ਤੇ ਇਸ ਕਰਕੇ ਇੱਥੇ ਸਤਿਗੁਰ ਨੇ ਪੂਰੀ ਪੰਕਤੀ ਦੇ ਅਰਥ ਇਹ ਕਰ ਦਿੱਤੇ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ, ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੇ ਪੁਰਾਨ ਜੀਓ। ਇੱਥੇ ਅਰਥ ਇਹ ਹੋਣੇ ਆ ਜੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਕੇਸਾਂ ਵਾਲੇ ਪੰਡਤ ਨੇ, ਕੇਸਾਂ ਵਾਲੇ ਸਿੱਖ ਨੇ, ਕੇਸਾਂ ਵਾਲੇ ਗੁਰਸਿੱਖ ਨੇ, ਉਹਨਾਂ ਨੂੰ ਸੱਦਿਆ ਜਾਵੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਕੇਸਾਂ ਵਾਲਾ ਧਰਤੀ ਦਾ ਪਾਲਕ ਹੈ
ਉਹਨਾਂ ਨੂੰ ਬੁਲਾਇਆ ਜਾਵੇ। ਉਹਨਾਂ ਨੂੰ ਜਦੋਂ ਬੁਲਾਓਗੇ ਉਹ ਆ ਕੇ ਹਰ ਕਥਾ ਪੜ੍ਹੇ। ਜਦੋਂ ਹਰੀ ਪ੍ਰਮਾਤਮਾ ਦੀ ਕਥਾ ਕਰਨਗੇ ਸਾਡੇ ਵਾਸਤੇ ਇਹੀ ਕਥਾ ਕਿਹੜੀ ਕਥਾ ਹੋਏਗੀ ਜੀ? ਪੁਰਾਣ ਦੀ ਕਥਾ ਹੋਏਗੀ। ਸਾਨੂੰ ਪੁਰਾਣ ਦੀ ਕਥਾ ਕਰਨ ਦੀ ਲੋੜ ਕੋਈ ਨਹੀਂ ਹੈ। ਹੁਣ ਤੁਸੀਂ ਇਸ ਪੰਕਤੀ ਦੇ ਫਿਰ ਬੇਨਤੀ ਕਰਦੇ ਆ ਜੀ, ਜਵਾਬ ਤਾਂ ਦੇ ਸਕਦੇ ਹੋ ਜੇ ਸਾਨੂੰ ਔਂਕੜ ਤੇ ਸਿਹਾਰੀਆਂ ਦੀ ਵੀ ਸਮਝ ਹੋਏਗੀ। ਜੇ ਔਂਕੜ ਤੇ ਸਿਹਾਰੀਆਂ ਦੀ ਸਮਝ ਨਹੀਂ ਹੋਏਗੀ ਫਿਰ ਮਾफ़ ਕਰੋ ਕਦੇ ਵੀ ਅਸੀਂ ਅਰਥ ਨਹੀਂ ਕਰ ਸਕਦੇ। ਮੋਟੇ ਤੌਰ 'ਤੇ ਤਾਂ ਅਰਥ ਹੀ ਬਣਦੇ ਆ ਕਿ ਭਾਈ ਗੋਪਾਲ ਪੰਡਤ ਨੂੰ ਸੱਦ ਲਿਓ ਜਿਹੜਾ ਆ ਕੇ ਪੁਰਾਣ ਦੀ ਕਥਾ ਕਰ ਲੇਗਾ, ਅਰਥ ਹੀ ਬਣ ਜਾਣਗੇ। ਹੁਣ ਅੱਗੇ ਚੱਲੀਏ ਜੀ। ਜੇ ਕਿਸੇ ਨੂੰ ਕੁਛ ਨਾ ਪਤਾ ਲੱਗਾ ਹੋਵੇ ਇਸ ਪੰਕਤੀ ਤੁਸੀਂ ਪੁੱਛ ਸਕਦੇ ਹੋ। ਮਾਲਕ ਨੇ ਕਹਾ ਕਿਰਪਾ ਕੀਤੀ ਜੀ, ਸਤਿਗੁਰ ਨੇ ਬਖਸ਼ਿਸ਼ ਕੀਤੀ। ਹੁਣ ਆਪੇ ਅਰਥ ਹੋਈ ਜਾਣੇ ਜੀ। ਅੱਗੇ ਕਹਿੰਦੇ ਹਰ ਕਥਾ ਪੜ੍ਹੀ ਹੈ, ਹਰ ਨਾਮ ਸੁਣੀਐ। ਕੀ ਕਰਨਾ ਜੀ? ਆ ਕੇ ਆਪਾਂ ਨੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਨੂੰ ਕਰਨਾ ਆ, ਠੀਕ ਹੈ ਜੀ, ਪੜ੍ਹਨਾ ਆ ਅਤੇ ਪ੍ਰਮਾਤਮਾ ਦੇ ਨਾਮ ਨੂੰ ਸੁਣਨਾ ਆ, ਅਕਾਲ ਪੁਰਖ ਵਾਹਿਗੁਰੂ ਨੂੰ। ਹੁਣ ਅੱਗੇ ਸ਼ਬਦ ਆ ਗਿਆ ਜੀ, ਬੇਬਾਨ ਹਰ ਰੰਗ ਗੁਰ ਭਾਵੇ। ਬੇਬਾਨ ਦਾ ਅਰਥ ਆਪਾਂ ਨੇ ਕੱਲ੍ਹ ਵੀ ਕੀਤਾ ਸੀਗਾ ਜੀ, ਬੁੱਢਾ ਮਰਨਾ। ਜਦੋਂ ਕੋਈ ਤੀਜੀ ਚੌਥੀ ਪੀੜ੍ਹੀ ਜਿਹੜੇ ਬਾਪੂ ਦੀ ਚੱਲ ਜਾਂਦੀ, ਜਿਹੜਾ 100 ਸਾਲ ਦਾ ਹੋ ਗਿਆ, ਅਸੀਂ ਕਹਿੰਦੇ ਚਲੋ ਬੇਬਾਨ ਕੀਤਾ ਜਾਵੇ। ਵੈਸੇ ਬੇਬਾਨ ਹੁੰਦਾ ਆ ਦੇਵਤਿਆਂ ਦੀ ਸਵਾਰੀ। ਮੈਂ ਜ਼ਿਆਦਾ ਨਹੀਂ ਡੂੰਘਾ ਉਤਰ ਰਿਹਾ, ਸਿਰ ਮੋਟਾ ਮੋਟਾ ਚੱਲ ਰਿਹਾ। ਬੇਬਾਨ ਦਾ ਵੈਸੇ ਅਰਥ ਹੁੰਦਾ ਦੇਵਤਿਆਂ ਦੀ ਸਵਾਰੀ। ਦੇਵਤਿਆਂ ਦੀ ਸਵਾਰੀ। ਹੁਣ ਜਿਵੇਂ ਕਹਿੰਦੇ ਕਿ ਬਾਪੂ ਨੇ 100 ਸਾਲ ਦੀ ਜ਼ਿੰਦਗੀ ਜੀ ਲਈ ਹੈ ਜੀ, ਇਹਨੇ ਚੌਥੀ ਪੀੜ੍ਹੀ ਵੀ ਪੜਪੋਤਾ ਵੀ ਆਪਣਾ ਦੇਖ ਲਿਆ ਜੀ ਭਾਈ ਹੋਣੇ ਨੇ। ਹੁਣ ਜਦੋਂ ਇਹਨੂੰ ਇਸ ਦੁਨੀਆ 'ਚੋਂ ਵਿਦਾ ਕਰਨਾ ਅਸੀਂ ਪੂਰੀ ਸ਼ਾਨੋ ਸ਼ੌਕਤ ਨਾਲ ਕਰਨ। ਤੁਸੀਂ ਦੇਖਦੇ ਨਾ ਕਈ ਬੰਦਿਆਂ ਨੂੰ ਫਿਰ ਗੁਬਾਰੇ ਲਾਏ ਜਾਂਦੇ ਆ, ਫਿਰ ਫੁੱਲੀਆਂ ਸੁੱਟੀ ਜਾਂਦੀਆਂ, ਪੈਸੇ ਸੁੱਟੇ ਜਾਂਦੇ ਆ, ਉਹ ਪੂਰੇ ਢੋਲ ਧਮਾਕੇ ਨਾਲ ਛੱਡ ਕੇ ਆਉਂਦੇ ਆ ਕਿ ਸਾਡੇ ਬਾਪੂ ਨੇ ਜ਼ਿੰਦਗੀ ਦੇ 100 ਸਾਲ ਜੀ ਲਿਆ, ਸਾਨੂੰ ਅਫਸੋਸ ਨਹੀਂ ਹੈ ਕੋਈ, ਇਹਨੇ 4 ਪੀੜ੍ਹੀਆਂ ਆਪਣੀਆਂ ਦੇਖ ਲਈਆਂ। ਇਹ ਦੇਵਤਿਆਂ ਦੀ ਇੱਕ ਸਵਾਰੀ ਤਿਆਰ ਕਰਕੇ, ਬੇਬਾਨ ਇੱਕ ਵਧੀਆ ਸਵਾਰੀ ਤਿਆਰ ਕਰਕੇ, ਜਿਵੇਂ ਮੰਨ ਲਓ ਕਿ ਦੇਵਤਾ ਹੀ ਜਾਂਦਾ ਹੋਵੇ, ਇਸੇ ਤਰ੍ਹਾਂ ਅਸੀਂ ਆਪਣੇ ਬਾਪੂ ਨੂੰ ਭੇਜਣਾ। ਪਰ ਸਤਿਗੁਰ ਜੀ ਕਹਿੰਦੇ ਮੇਰੇ ਵਾਸਤੇ ਬੇਬਾਨ ਪਤਾ ਕੀ ਹੈ? ਮੇਰੇ ਵਾਸਤੇ ਬੇਬਾਨ ਹੈ, ਬੇਬਾਨ ਇੱਥੇ ਰੁਕਣਾ ਜੀ, ਹਰ ਰੰਗ ਗੁਰ ਭਾਵੇ। ਕਹਿੰਦੇ ਮੇਰੇ ਵਾਸਤੇ ਬੇਬਾਨ ਹੈ, ਗੁਰੂ ਨੂੰ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਹੀ ਚੰਗਾ ਲੱਗਦਾ ਹੈ। ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਚਾਹੀਦਾ, ਮੈਂ ਅਕਾਲ ਪੁਰਖ ਵਾਹਿਗੁਰੂ ਨੂੰ ਚੰਗਾ ਲੱਗਾ, ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਵਾਂ। ਮੇਰੇ ਵਾਸਤੇ ਇਹੀ ਬੇਬਾਨ ਹੈ। ਗੁਰੂ ਪਾਤਸ਼ਾਹ ਕਹਿੰਦੇ ਹੁਣ ਗੁਰੂ ਮਾਲਕ ਦੀ ਉਮਰ 94 ਸਾਲ ਦੀ ਹੋ ਗਈ ਸੀਗੀ। ਦੇਖੋ ਨਾ, ਸਾਰਾ ਕੁਝ ਸਤਿਗੁਰ ਨੇ ਉਹ ਕੀਤਾ ਜਿਹੜਾ ਕੁਝ ਦੁਨੀਆ ਨੇ ਕਰਨਾ ਸੀਗਾ। ਹੁਣ ਜੇ ਸੋਚ ਲੈਂਦੇ ਜੀ ਗੁਰੂ ਪਾਤਸ਼ਾਹ ਦੇ ਪੁੱਤਰ ਧੀਆਂ ਵੀ ਕਿ ਸਾਡਾ ਬਾਪੂ ਦਾ 94 ਸਾਲ ਦਾ ਹੋ ਕੇ ਮਰਿਆ, ਉਹ ਕਿ ਬਾਬਾ ਸੁੰਦਰ ਚੌਥੀ ਪੀੜ੍ਹੀ ਚੱਲਦੀ ਹੈ। ਆਪਾਂ ਗੱਲ ਕੀਤੀ ਹੈ ਜੀ ਉਦਣ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦਾ ਪੁੱਤਰ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦਾ ਪੁੱਤਰ ਬਾਬਾ ਸੁੰਦਰ ਜੀ, ਚੌਥੀ ਪੀੜ੍ਹੀ ਚੱਲ ਰਹੀ ਹੈ। ਅਤੇ ਚੌਥੀ ਪੀੜ੍ਹੀ 'ਚ ਕੁਦਰਤੀ ਬੇਬਾਨ ਕੱਢਣਾ ਸੀਗਾ, ਪਰ ਗੁਰੂ ਮਾਲਕ ਨੇ ਪਹਿਲੇ ਹੀ ਰੋਕਤਾ। ਕਹਿੰਦੇ ਮੇਰਾ ਤੁਸੀਂ ਬੇਬਾਨ ਨਹੀਂ ਕੱਢਣਾ, ਮੇਰੇ ਵਾਸਤੇ ਬੇਬਾਨ ਪਤਾ ਕੀ ਆ? ਮੈਂ ਆਪਣੇ ਸਤਿਗੁਰ ਨੂੰ ਚੰਗਾ ਲੱਗ ਜਾਵਾਂ। ਜਿਵੇਂ ਆਪਣੇ ਗੁਰੂ ਨੂੰ ਚੰਗਾ ਲੱਗ ਗਿਆ, ਗੁਰੂ ਮੈਨੂੰ ਚੰਗਾ ਲੱਗ ਗਿਆ, ਗੁਰੂ ਦਾ ਭਾਣਾ ਮੈਨੂੰ ਚੰਗਾ ਲੱਗਦਾ, ਅਤੇ ਮੈਨੂੰ ਲੱਗਦਾ ਕਿ ਮੇਰੇ ਹੁਣ ਬੇਬਾਨ ਦੀ ਲੋੜ ਨਹੀਂ। ਗੁਰੂ ਨੂੰ ਮੈਂ ਚੰਗਾ ਲੱਗ ਗਿਆ, ਗੁਰੂ ਨੂੰ ਮੈਂ ਭਾ ਗਿਆ, ਗੁਰੂ ਨੂੰ ਮੈਂ ਪਿਆਰ ਕਰਦਾ ਆ, ਅਤੇ ਇਹੀ ਮੇਰੇ ਵਾਸਤੇ ਕੀ ਹੈ ਜੀ? ਬੇਬਾਨ ਹੈ। ਮੇਰਾ ਕੋਈ ਤੁਸੀਂ ਸਪੈਸ਼ਲ ਬੇਬਾਨ ਨਹੀਂ ਕੱਢਣਾ ਆ। ਗੁਰੂ ਪਾਤਸ਼ਾਹ ਨੇ ਮਨਾ ਕਰਤਾ। ਮਨ ਮੱਤ, ਆਪਾਂ ਕੱਲ੍ਹ ਵੀ ਗੱਲ ਕੀਤੀ ਹੈ ਕਿ ਬੁੱਢਾ ਮਰਨਾ ਕਰਨਾ ਮਨ ਮੱਤ ਹੈ। ਹੁਣ ਅੱਗੇ ਆ ਜਾਓ ਜੀ, ਪਿੰਡ। ਹੁਣ ਪਿੰਡ ਭਰਨੇ ਪਤਾ ਹੋਵੇ ਸ਼ਾਇਦ ਤੁਹਾਨੂੰ ਕਿ ਪੱਤਲਾਂ ਦੇ ਉੱਤੇ ਨਾ ਜੀ ਆਟੇ ਦੇ ਪੇੜੇ ਬਣਾ ਕੇ ਉਹ ਦਰਿਆਵਾਂ 'ਚ ਰੋੜੇ ਜਾਂਦੇ ਆ ਮਰਨ ਤੋਂ ਬਾਅਦ। ਮੈਂ ਵੀ ਗੁਰੂ ਪੁਰਾਣ 'ਚ ਤਾਂ ਇਹ ਵੀ ਲਿਖਿਆ ਕਿ 365 ਦਿਨ ਤੁਸੀਂ ਇਹ ਕੰਮ ਕਰਨੇ, ਪਰ ਸਤਿਗੁਰ ਕਹਿੰਦੇ ਇਹ ਮਨ ਮੱਤ ਹੈ। ਆਪਾਂ ਰਹਿਤ ਮਿਲਾਦਾ ਕੱਲ੍ਹ ਦੇਖੀਏ। ਪਿੰਡ ਪੱਤਲ ਦੇ ਉੱਤੇ ਆਪਾਂ ਦੀਵੇ ਬਾਲ ਕੇ ਉਹ ਵੀ ਦਰਿਆ 'ਚ ਰੋੜੇ ਜਾਂਦੇ ਆ ਜੀ। ਪਿੰਡ ਪੱਤਲ ਕਿਰਿਆ ਕੋਈ ਵੀ ਕੰਮ ਜਿਹੜਾ ਮਰਗ ਤੋਂ ਬਾਅਦ ਹੋ ਰਿਹਾ, ਜਿਹੜੀ ਕਿਰਿਆ ਹੋ ਰਹੀ ਹੈ, ਦੀਵਾ ਮਰੇ ਹੋਏ ਪ੍ਰਾਣੀ ਦੇ ਨਿਮਿਤ ਦੀਵੇ ਬਾਲਣੇ ਕਿ ਭਾਈ ਉਹਦੀ ਯਾਦ ਵਿੱਚ ਦੀਵਾ ਬਾਲਿਆ ਹੋਇਆ, ਸ਼ਾਇਦ ਉਹਦੀ ਆਤਮਾ ਨੇ ਸਫ਼ਰ ਕਰਨਾ ਹੈ, ਦੀਵੇ ਦੀ ਰੋਸ਼ਨੀ ਅਗਾਂਹ ਕੰਮ ਦੇਵੇਗੀ। ਮਾਲਕ ਜੀ ਕਹਿੰਦੇ ਭਾਈ
ਫੁੱਲ ਜਿਹੜੇ ਭਾਈ ਉਹਦੀਆਂ ਹੱਡੀਆਂ ਆ, ਹਰ ਸਰ ਪਾਵੇ। ਹੁਣ ਦੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ ਜੀ। ਕਹਿੰਦੇ ਜੋ ਵੀ ਇਹ ਕਿਰਿਆ ਆ, ਚਾਹੇ ਪਿੰਡ ਹੈ, ਚਾਹੇ ਪੱਤਲ ਹੈ, ਚਾਹੇ ਕਿਰਿਆ, ਚਾਹੇ ਦੀਵਾ, ਚਾਹੇ ਫੁੱਲ ਹੈ, ਇਹਨਾਂ ਸਭਨਾਂ ਨੂੰ ਸਤ ਸੰਗਤ ਤੋਂ ਸਦਕੇ ਕਰਦਾ ਹਾਂ। ਮੇਰੇ ਵਾਸਤੇ ਜਿਹੜੇ ਪਿੰਡ ਨੇ ਭਰਨੇ, ਮੇਰੇ ਵਾਸਤੇ ਪਤਲ ਦਰਿਆਵਾਂ ਚ ਰੋੜ ਨੇ, ਮੇਰੇ ਵਾਸਤੇ ਕਿਰਿਆ ਕਰਨੀ, ਮੇਰੇ ਵਾਸਤੇ ਦੀਵੇ ਬਾਲਣੇ, ਤੁਸੀਂ ਇਹ ਕੰਮ ਨਹੀਂ ਕਰਨੇ। ਸੰਗਤ ਵਿੱਚ ਬੈਠ ਕੇ ਗੁਰੂ ਦਾ ਨਾਮ ਸੁਣਨਾ, ਗੁਰੂ ਦੀ ਬਾਤ ਸੁਣਨੀ, ਗੁਰੂ ਦੀ ਕਥਾ ਸੁਣਨੀ, ਮੇਰੇ ਵਾਸਤੇ ਇਹੀ ਪਿੰਡ ਭਰਨੇ ਆ, ਮੇਰੇ ਵਾਸਤੇ ਇਹੀ ਦੀਵੇ ਬਾਲਣੇ ਆ, ਮੇਰੇ ਵਾਸਤੇ ਭਾਈ ਇਹੀ ਫੁੱਲ ਪਾਉਣੇ ਆ, ਮੇਰੇ ਵਾਸਤੇ ਸਾਰੀ ਕਿਰਿਆ ਇਹ ਆ ਕਿ ਮੈਂ ਸੰਗਤ ਵਿੱਚ ਬੈਠ ਕੇ ਗੁਰੂ ਕੀ ਕਥਾ ਸੁਣ ਰਿਹਾ ਆ, ਮੇਰੇ ਵਾਸਤੇ ਸਭ ਕੁਝ ਇਹੀ ਹੈ। ਗੁਰੂ ਮਾਲਕ ਨੇ ਗੱਲੇ ਖਤਮ ਕਰਤੇ ਜੀ। ਸੰਗਤ ਕੋ ਮੈਂ ਸਦ ਕੇ ਜਾਂਦਾ ਆ, ਵਾਰ ਨਹੀਂ ਜਾਂਦਾ। ਸੰਗਤ ਕੀਤੀ ਮੈਂ, ਤੇ ਸੰਗਤ ਕਰਨ ਵਾਲਿਆਂ ਨੂੰ ਇਹਨਾਂ ਪਖੰਡਾਂ ਨੂੰ ਕਰਨ ਦੀ ਲੋੜ ਨਹੀਂ ਹੈ ਜੀ। ਹੁਣ ਆਪਾਂ ਕਰਦੇ ਆ ਜੀ, ਨਿਕਲਦੇ ਬੜੇ ਔਖੇ ਆ, ਨਹੀਂ ਨਿਕਲ ਪਾਉਂਦੇ। ਪਰ ਗੁਰੂ ਪਾਤਸ਼ਾਹ ਨੇ ਵੀ ਕਹਿ ਦਿੱਤਾ ਜੀ, ਕੱਲ੍ਹ ਆਪਾਂ ਰਹਿਤ ਮਰਿਆਦਾ ਵਿੱਚ ਵੀ ਪੜ੍ਹਿਆ ਕਿ ਦੀਵੇ ਬਾਲਣੇ, ਪਿੰਡ ਭਰਨੇ, ਇਹ ਚੀਜ਼ਾਂ ਗਲਤ ਨੇ, ਇਹ ਚੀਜ਼ਾਂ ਬਿਲਕੁਲ ਮਨ-ਮੱਤ ਨੇ, ਇਹਨਾਂ ਤੋਂ ਅਸੀਂ ਦੂਰ ਰਹਿਣਾ ਆ। ਜਿੱਦਾਂ ਦਾ ਸੰਗਤ ਤੁਸੀਂ ਕੰਮ ਕਰਕੇ ਚੱਲੇ ਹੋ ਨਾ ਜੀ, ਤੁਹਾਡੇ ਕਰਮਾਂ ਦਾ ਲੇਖਾ ਜੋਖਾ ਹੋਣਾ। ਪਿੱਛੇ ਜੋ ਹੋ ਰਿਹਾ ਜੀ, ਜੋ ਸਾਡੇ ਘਰ ਦੇ ਸਾਡੇ ਪਿੱਛੋਂ ਕਰ ਰਹੇ ਨੇ ਜੀ, ਉਹ ਸਿਰਫ ਇੱਕ ਲੋਕਾਚਾਰ ਹੈ, ਦੁਨੀਆ ਨੂੰ ਦਿਖਾਉਣ ਵਾਸਤੇ ਹੈ, ਹੋਰ ਕੁਝ ਵੀ ਨਹੀਂ ਹੈ। ਜੋ ਮੈਂ ਕਰਮ ਕਰ ਲਏ ਮੇਰੇ ਨਾਲ, ਤਾਂ ਮੰਨ ਲਓ ਛੋਟੀ ਜਿਹੀ ਉਦਾਹਰਨ ਦੇ ਦੇਵਾਂ ਜੀ ਮੈਂ, ਕਿ ਬੰਦਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਰਿਹਾ ਜੀ। ਹੁਣ ਜਿਹੜੇ ਦੂਜੀ ਥਾਂ 'ਤੇ ਚੱਲਿਆ, ਉਹ ਜਿੰਨਾ ਕੋਨੇ ਸਮਾਨ ਚੁੱਕਣਾ ਸੀਗਾ ਉਹ ਚੁੱਕ ਲਿਆ, ਅੱਧਾ ਉਹਦਾ ਘਰ ਰਹਿ ਗਿਆ। ਹੁਣ ਤੁਸੀਂ ਜਿਹੜਾ ਘਰ ਵਾਲਾ ਸਮਾਨ ਹੈ ਜੀ, ਉਹ ਘਰ ਵਾਲਾ ਸਮਾਨ ਉਹਦੀ ਫੋਟੋ ਅੱਗੇ ਰੱਖ ਕੇ ਤੁਸੀਂ ਕਹੀ ਜੋ ਤੇਰਾ ਸਮਾਨ ਰਹਿ ਗਿਆ ਇੱਥੇ, ਤੇਰਾ ਸਮਾਨ ਰਹਿ ਗਿਆ ਇੱਥੇ, ਉਹਨੂੰ ਪਹੁੰਚ ਜਾਏਗਾ ਜੀ। ਜਿਹੜਾ ਉਹ ਬੈਗ 'ਚ ਲੈ ਗਿਆ ਬਸ ਉਹ ਉਹਦਾ, ਜਿਹੜਾ ਪਿੱਛੇ ਰਹਿ ਗਿਆ ਉਹ ਤਾਂ ਘਰੇ ਰਹਿ ਗਿਆ। ਬਸ ਇਹ ਆ ਕਿ ਜਿਹੜੇ ਮੈਂ ਜੀਵਨ 'ਚ ਕਰਮ ਕਰ ਲਏ ਉਹ ਚੰਗੇ ਆ ਚਾਹੇ ਉਹ ਮਾੜੇ ਆ, ਉਹ ਮੇਰੇ ਨਾਲ ਜਾਣੇ ਆ। ਅਤੇ ਪਿੱਛੋਂ ਤੁਸੀਂ ਅਖੰਡ ਪਾਠ ਸਾਹਿਬ ਕਰਾ ਲਓ, ਪਿੱਛੇ ਸਹਿਜ ਪਾਠ ਕਰਾ ਲਓ ਜੀ, ਪਿੱਛੇ ਤੁਸੀਂ ਵੱਡੇ ਤੋਂ ਵੱਡੇ ਕੀਰਤਨੀਏ ਬੁਲਾ ਲਓ, ਉਹ ਸਾਡੇ ਵਾਸਤੇ ਆ, ਬਚੇ ਹੋਏ ਪ੍ਰਾਣੀਆਂ ਵਾਸਤੇ। ਉਹ ਮਰੇ ਹੋਏ ਬੰਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ ਜੀ। ਇਸ ਗੱਲ ਨੂੰ ਬਰਦਾਸ਼ਤ ਕਰੋ, ਮਰੇ ਹੋਏ ਪ੍ਰਾਣੀ ਦੇ ਨਾਲ ਕੋਈ ਸੰਬੰਧ ਨਹੀਂ ਰਿਹਾ। ਫਿਰ ਤੁਸੀਂ ਉਹਨੂੰ ਚਾਹੇ ਗੁਰਦੁਆਰੇ ਮੱਥਾ ਟਿਕਾ ਲਓ, ਫਿਰ ਤੁਸੀਂ ਸ਼ਮਸ਼ਾਨ ਘਾਟ ਉਹਦੇ ਕੰਨ ਕੋਲ ਜਪਜੀ ਸਾਹਿਬ ਪੜ੍ਹ ਲਓ, ਮਾਫ਼ ਕਰਿਓ, ਫਿਰ ਉਹ ਮਿੱਟੀ ਹੈ। ਸਾਡੇ ਉੱਤੇ ਗੁਰਬਾਣੀ ਦਾ ਅਸਰ ਜਿਉਂਦੇ ਜੀ ਪੈਣਾ ਆ, ਅਤੇ ਜਿਉਂਦੇ ਜੀ ਅਸੀਂ ਗੁਰਦੁਆਰੇ ਆਉਣ ਲਈ ਤਿਆਰ ਅਤੇ ਬਾਣੀ ਪੜ੍ਹਨ ਲਈ ਤਿਆਰ ਨਹੀਂ ਹੈ। ਹੁਣ ਮਾਲਕ ਨੇ ਬਿਲਕੁਲ ਗੱਲ ਖਤਮ ਕਰਤੀ, ਕਹਿੰਦੇ ਮੇਰੇ ਕਿਸੇ ਨੇ ਫੁੱਲ ਨਹੀਂ ਪਾਉਣ ਜਾਣੇ। ਹੁਣ ਤੁਸੀਂ ਇਸ ਗੱਲ ਨੂੰ ਖੰਡਨ ਨਹੀਂ ਕਰ ਸਕਦੇ ਜੀ। ਆਪਣੇ ਘਰਾਂ ਦੇ ਵਿੱਚੋਂ ਆ ਜੀ, ਜੇ ਕਿਸੇ ਨੇ ਹਰਿਦੁਆਰ ਜਾਣਾ ਉਹਨੇ ਹਰਿਦੁਆਰੇ ਜਾਣਾ। ਹੁਣ ਤੁਸੀਂ ਦੇਖੋ ਨਾ, ਤੁਸੀਂ ਜਾਂਦੇ ਤਾਂ ਹੁਣ ਆਪਾਂ ਹੈਗੇ ਹਰਿਦੁਆਰ ਕੀਰਤਪੁਰ ਸਾਹਿਬ, ਉੱਥੇ ਬਿਜ਼ਨਸ ਚੱਲਦਾ ਇੱਕ ਪੂਰਾ, ਭਾਂਡੇ ਵੀ ਦਾਨ ਕਰੋ, ਹੋਰ ਸਮਾਨ ਵੀ ਦਾਨ ਕਰੋ। ਉਹ ਫਿਰ ਭਾਂਡੇ ਅਸੀਂ ਅੱਗੇ ਦਿੰਦੇ ਹਾਂ, ਫਿਰ ਘੁੰਮ ਕੇ ਉੱਥੇ ਹੀ ਆ ਜਾਂਦੇ ਆ ਜੀ। ਉਹ ਇੱਕ ਬਿਜ਼ਨਸ ਚੱਲਦਾ, ਭਾਂਡਿਆਂ ਦਾ ਪੂਰਾ ਖੇਡ ਚੱਲਦੀ ਹੈ ਜੀ। ਪਰ ਅਸੀਂ ਮਾਫ਼ ਕਰਿਓ, ਇਹਨਾਂ ਚੀਜ਼ਾਂ 'ਚ ਇੰਨੇ ਫਸ ਚੁੱਕੇ ਹਾਂ, ਇੰਨੇ ਡਰ ਚੁੱਕੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ 'ਚੋਂ ਨਿਕਲ ਨਹੀਂ ਸਕਦੇ। ਲੋਕ ਸਾਡੇ ਕਟਾਣੀ ਸਾਹਿਬ ਜਾਣੇ ਤੋਂ ਵੀ ਲੋਕ ਪਰਹੇਜ਼ ਕਰਦੇ ਆ ਕਿ ਨਹੀਂ ਜੀ ਅਸੀਂ ਕੀਰਤਪੁਰ ਸਾਹਿਬ ਜਾਣਾ ਜੀ। ਕਈ ਕਹਿਣਗੇ ਜੀ, ਮੈਂ ਕੱਲ੍ਹ ਵੀ ਗੱਲ ਕੀਤੀ ਹੈ ਜੀ, ਕਿ ਸਾਡੀ ਬੇਬੇ ਉੱਥੇ ਗਈ ਸੀਗੀ ਹਰਿਦੁਆਰ, ਅਸੀਂ ਬਾਪੂ ਦੇ ਫੁੱਲ ਵੀ ਉੱਥੇ ਪਾ ਕੇ ਆਉਣੇ ਆ। ਮਾਫ਼ ਕਰੋ, ਐਸੇ ਕਰਮ ਕਾਂਡਾਂ ਤੋਂ ਬਾਹਰ ਨਿਕਲੀਏ ਅਸੀਂ। ਜਿੱਥੇ ਪਾਣੀ ਸਾਨੂੰ ਚੱਲਦਾ ਮਿਲ ਜਾਵੇ ਨਾ, ਚੱਲਦਾ ਮਿਲ ਜਾਵੇ, ਉਹਦੇ ਵਿੱਚ ਹੀ ਅਸੀਂ ਫੁੱਲਾਂ ਨੂੰ ਪਾ ਸਕਦੇ ਹਾਂ। ਪਰ ਕਹਿੰਦੇ ਨਹੀਂ ਜੀ ਉੱਥੇ ਹੀ ਜਾਣਾ। ਪਰ ਇਹ ਗੁਰਬਾਣੀ ਦੇ ਮੁਤਾਬਕ, ਸਾਡੀ ਰਹਿਤ ਮਰਿਆਦਾ ਮੁਤਾਬਿਕ ਇਹ ਮਨ ਮੱਤ ਨੇ, ਅਤੇ ਮਨ ਮੱਤ ਤੋਂ ਬਚਣਾ ਹੈ ਜਿੰਨਾ ਬਚ ਸਕਦੇ ਹੋ। ਸਤਿਗੁਰ ਨੇ ਅੱਗੇ ਕਿਰਪਾ ਕੀਤੀ ਜੀ, ਕਹਿੰਦੇ ਹਰ ਭਾਇਆ ਸਤਿਗੁਰ ਬੋਲਿਆ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਭਾਇਆ ਹੋਇਆ, ਚੰਗਾ ਲੱਗਿਆ ਹੋਇਆ ਸਤਿਗੁਰ ਬੋਲਿਆ। ਕੀ ਬੋਲਿਆ ਜੀ? ਹਰ ਮਿਲਿਆ ਪੁਰਖ ਸੁਜਾਨ ਜੀਓ, ਕਿ ਮੇਰੇ ਪੁੱਤਰੋ, ਹੋਏ ਮੇਰੇ ਭਾਈਓ, ਮੈਨੂੰ ਅਕਾਲ ਪੁਰਖ ਵਾਹਿਗੁਰੂ ਸੁਜਾਨ ਮਿਲ ਗਿਆ, ਮੈਨੂੰ ਚੰਗਾ ਵਾਹਿਗੁਰੂ ਮਿਲ ਗਿਆ ਆ। ਅਕਾਲ ਪੁਰਖ ਵਾਹਿਗੁਰੂ ਜਿਹੜਾ ਸੋਹਣਾ ਆ, ਸੂਝਵਾਨ ਹੈ, ਉਹਦੇ ਨਾਲ ਮੇਰਾ ਮੇਲ ਹੋ ਗਿਆ ਆ। ਅਖੀਰ ਦੀ ਪੰਕਤੀ ਵਿੱਚ ਕਿਹਾ ਜੀ, ਰਾਮਦਾਸ ਸੋਢੀ ਤਿਲਕ ਦੀਆ। ਰਾਮਦਾਸ ਸੋਢੀ
ਤਿਲਕ ਦੀਆਂ। ਹੁਣ ਤਿਲਕ ਦਾ ਵੀ ਬੜਾ ਰੋਲਾ ਹੈ ਕਿ ਮੱਥੇ 'ਤੇ ਤਿਲਕ ਲਾਇਆ ਗਿਆ ਜਦੋਂ ਗੱਦੀ ਦਿੱਤੀ ਜਾਂਦੀ ਹੈ ਜੀ। ਮੈਂ ਫਿਰ ਬੇਨਤੀ ਕਰਾਂ ਜੀ, ਕੁਝ ਪ੍ਰਤੀਕ ਹੁੰਦੇ ਸੀ ਗੱਲਾਂ, ਪ੍ਰਤੀਕ ਹੁੰਦੀਆਂ ਸੀ ਗੱਲਾਂ, ਉਹਨਾਂ ਨੂੰ ਇੱਥੇ ਪ੍ਰਤੀਕ ਤੌਰ 'ਤੇ ਵਰਤਿਆ ਗਿਆ ਸੀਗਾ, ਪਰ ਅਸੀਂ ਉਹਨਾਂ ਗੱਲਾਂ ਨੂੰ ਸਮਝੇ ਨਹੀਂ। ਮੰਨ ਲਓ ਕਈ ਵਾਰ ਅਸੀਂ ਆਮ ਪੰਜਾਬੀ 'ਚ ਗੱਲ ਕਰਦੇ ਹੁੰਦੇ ਹਾਂ, ਕਿਸੇ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਆਪਣੇ ਮਿੱਤਰ ਨੂੰ, ਹੋਰ ਭਾਈ ਕਦੋਂ ਹੁਣ ਲੱਡੂ ਖਵਾਏਗਾ। ਹੁਣ ਲੱਡੂ ਖਵਾਉਣ ਦਾ ਮਤਲਬ ਕੀ ਹੁੰਦਾ ਜੀ, ਇਹ ਕਦੋਂ ਕੋਈ ਖੁਸ਼ਖਬਰੀ ਦੇਗਾ, ਇਹੀ ਹੁੰਦਾ ਨਾ ਜੀ। ਲੱਡੂ ਖਵਾਉਣ ਦਾ ਮਤਲਬ ਕਦੋਂ ਕੋਈ ਖੁਸ਼ਖਬਰੀ ਸੁਣਾ ਰਿਹਾ ਭਾਈ ਸਾਨੂੰ। ਹੁਣ ਇੱਥੇ ਤਿਲਕ ਇੱਕ ਪ੍ਰਤੀਕ ਹੈ, ਨਾ ਕਿ ਸਤਿਗੁਰ ਦੇ ਮੱਥੇ 'ਤੇ ਤਿਲਕ ਲਾਇਆ ਗਿਆ। ਤਿਲਕ ਦਾ ਅਰਥ ਇੱਥੇ ਹੈ ਕਿ ਗੱਦੀ ਦਿੱਤੀ ਜਾ ਰਹੀ ਹੈ। ਅਗਲੀ ਪੰਕਤੀ ਪੜ੍ਹ ਲਓ, ਨਾਲ ਦੇ ਨਾਲ ਕਲੀਅਰ ਹੋ ਜਾਣਾ। ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਹੁਣ ਜਿਹੜਾ ਕੁਛ ਗੁਰੂ ਮਾਲਕ ਜੀ ਕੋਲ ਸ਼ਬਦ ਸਨ, ਬਾਬੇ ਨਾਨਕ ਦੀ ਪੋਥੀ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪੋਥੀ, ਭਗਤਾਂ ਦੀ ਪੋਥੀ, ਗੁਰੂ ਅਮਰਦਾਸ ਪਾਤਸ਼ਾਹ ਦੀ ਆਪਣੀ ਸ਼ਬਦਾਂ ਦੀ ਪੋਥੀ, ਉਹ ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੀ ਝੋਲੀ 'ਚ ਪਾ ਦਿੱਤੀਆਂ। ਕਿਹਨੇ ਜੀ? ਗੁਰੂ ਅਮਰਦਾਸ ਪਾਤਸ਼ਾਹ ਨੇ। ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ਬਦ ਦਾ ਨਿਸ਼ਾਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇਤਾ। ਸ਼ਬਦ ਦਾ ਨਿਸ਼ਾਨ ਦਾ ਅਰਥ ਹੈ ਸਾਰੀ ਬਾਣੀ ਜਿਹੜੀ ਸਤਿਗੁਰ ਕੋਲ ਸੀਗੀ, ਗੁਰੂ ਮਾਲਕ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇਤੀ ਕਿ ਅੱਜ ਤੋਂ ਬਾਅਦ ਬਾਬੇ ਨਾਨਕ ਦੀ ਇਸ ਗੱਦੀ ਦੇ ਮਾਲਕ ਤੁਸੀਂ ਹੋ, ਤੇ ਜ਼ਿੰਮੇਵਾਰੀ ਤੁਸੀਂ ਸਾਂਭਣੀ ਹੈ। ਪਰ ਅਸੀਂ ਇਹਨਾਂ ਗੱਲਾਂ 'ਚੋਂ ਨਿਕਲ ਨਹੀਂ ਪਾਏ ਜੀ। ਤਿਲਕ ਦਾ ਰੌਲਾ ਪੈਂਦਾ ਇੱਥੇ, ਨਾਰੀਅਲ ਦਾ ਰੌਲਾ ਪੈਂਦਾ ਇੱਥੇ, ਬੜਾ ਕੁਛ ਹੈ ਜੀ। ਇਹ ਸ਼ਾਇਦ ਆਮ ਜਿਹੜੀ ਸੰਗਤ ਹੁੰਦੀ ਹੈ ਨਾ ਜੀ, ਆਮ ਸੰਗਤ ਇਹਨਾਂ ਗੱਲਾਂ 'ਚ ਨਹੀਂ ਪੈਂਦੀ। ਉਹ ਕਹਿੰਦੇ ਠੀਕ ਆ, ਜਿਹੜੇ ਕੁਛ ਭਾਈ ਨੇ ਇੱਥੇ ਸਾਨੂੰ ਬਹਿ ਕੇ ਸੁਣਾਤਾ ਉਹ ਓਕੇ ਹੈ, ਕਿਉਂਕਿ ਆਮ ਸੰਗਤ ਇੰਨਾ ਡੀਪਲੀ ਨਹੀਂ ਉਤਰਦੀ ਕਿ ਅਸਲ 'ਚ ਗੁਰਬਾਣੀ ਕਹਿੰਦੀ ਕੀ ਹੈ। ਇਹੀ ਤਾਂ ਮਸਲਾ ਹੈ। ਅਸੀਂ ਕਹਿੰਦੇ ਸਵਾਲ ਨਾ ਕਰੀਏ ਜੀ ਕਿਸੇ ਨੂੰ। ਜੇ ਤੁਸੀਂ ਸਵਾਲ ਨਹੀਂ ਕਰੋਗੇ, ਮਾਫ਼ ਕਰੋ, ਕਦੇ ਆਪਣੇ ਧਰਮ ਦੀ ਜਾਣਕਾਰੀ ਨਹੀਂ ਲੈ ਸਕਦੇ। ਬਾਬੇ ਨਾਨਕ ਨੇ ਸਿੱਖ ਧਰਮ ਦੀ ਆਰੰਭਤਾ ਹੀ ਸਵਾਲ ਤੋਂ ਕੀਤੀ ਹੈ। ਜਨੇਊ ਤਾਂ ਦੁਨੀਆ ਪਾਉਂਦੀ ਆਉਂਦੀ ਸੀਗੀ, ਕਿੰਨੇ ਸਾਲਾਂ ਤੋਂ ਪਾਇਆ ਜਾ ਰਿਹਾ, ਪਰ ਬਾਬਾ ਸਵਾਲ ਕਰਦਾ ਕਿ ਪੰਡਤ ਜੀ ਜਨੇਊ ਪਾਓ, ਬੇਸ਼ੱਕ ਪਾਓ, ਪਰ ਪਾਉਣਾ ਕਿਉਂ ਹੈ? ਸਵਾਲ ਦਾ ਜਵਾਬ। ਪਰ ਜਿਹੜੇ ਸਵਾਲ ਬਾਬੇ ਨਾਨਕ ਨੇ ਪੰਡਤ ਨੂੰ ਕੀਤੇ ਕਿ ਜਨੇਊ ਕਿਉਂ ਪਾਇਆ ਜਾਣਾ, ਫਿਰ ਉਹਨੇ ਕਿਹਾ ਜੀ ਤੈਨੂੰ ਧਰਮੀ ਬਣਾਉਣਾ ਆ। ਉਹ ਕਹਿੰਦਾ ਮੇਰੀ ਭੈਣ ਨੂੰ ਬਣਾਓ। ਭੈਣ ਨੂੰ ਤਾਂ ਧਰਮੀ ਬਣਾਇਆ ਨਹੀਂ ਜਾ ਸਕਦਾ। ਫਿਰ ਬਾਬੇ ਨਾਨਕ ਨੇ ਕਿਹਾ ਚਲੋ ਭੈਣ ਨੂੰ ਨਹੀਂ ਬਣਾਉਣਾ, ਮੇਰੇ ਮਿੱਤਰ ਨੂੰ ਬਣਾਓ, ਮਰਦਾਨੇ ਨੂੰ। ਮਰਦਾਨਾ ਸ਼ੂਦਰ, ਇਹਨੂੰ ਜਨੇਊ ਪਾ ਨਹੀਂ ਸਕਦੇ। ਮੇਰੀ ਭੈਣ ਨੂੰ ਨਹੀਂ ਪਾ ਸਕਦੇ, ਮੇਰੇ ਮਿੱਤਰ ਨੂੰ ਨਹੀਂ ਪਾ ਸਕਦੇ। ਕੰਮ ਕਰੋ, ਜਿਹੜਾ ਤੁਹਾਡੇ ਜਨੇਊ ਪਾਇਆ ਹੋਇਆ ਉਹ ਮੇਰੇ ਪਾਓ, ਉਹ ਵੀ ਨਹੀਂ ਪਾ ਸਕਦੇ, ਕਿਉਂਕਿ ਬਾਹਮਣ ਦਾ ਵੱਖਰਾ ਆ ਅਤੇ ਖੱਤਰੀ ਦਾ ਵੱਖਰਾ। ਇੱਕ ਸਵਾਲ ਤੋਂ ਇੱਕ ਵੱਖਰਾ ਧਰਮ ਖੜਾ ਹੋ ਗਿਆ। ਜੇ ਬਾਬਾ ਨਾਨਕ ਵੀ ਚੁੱਪ ਕਰ ਜਾਂਦਾ ਵੀ ਸਾਡਾ ਠੀਕ ਆ ਜੀ, ਬੇਬੇ ਬਾਪੂ ਨੇ ਕਿਹਾ ਆ, ਮੈਂ ਪਾ ਲੈਂਦਾ ਆ, ਅਤੇ ਮੈਨੂੰ ਲੱਗਦਾ ਨਹੀਂ ਕਿ ਸਿੱਖ ਧਰਮ ਦੀ ਇੱਕ ਹੋਂਦ ਉਦਣੇ ਜੜ ਲੱਗ ਗਈ ਜਿੱਦਣ ਬਾਬੇ ਨਾਨਕ ਨੇ ਬਾਂਹ ਫੜ ਲਈ ਕਿ ਪੰਡਤ ਜੀ ਜਨੇਊ ਪਾਉਣ ਲੱਗੇ, ਪਰ ਦੱਸੋ ਜਨੇਊ ਪਾਉਣਾ ਕਿਉਂ ਹੈ? ਪਰ ਅੱਜ ਸਾਡੇ 'ਚ ਇਹ ਹਿੰਮਤ ਨਹੀਂ ਹੈ ਸਵਾਲ ਕਰਨ ਦੀ। ਇੱਥੇ ਕੋਈ ਬਾਬਾ ਉੱਠਦਾ, ਕੋਈ ਕੁਝ ਸੁਣਾ ਜਾਂਦਾ ਹੈ, ਕੋਈ ਘੜੇ ਤੋਂ ਢੱਕਣ ਚੱਕ ਕੇ ਮੀਂਹ ਪਵਾ ਜਾਂਦਾ ਆ, ਅਤੇ ਕੋਈ ਸਵਰਗ ਤੋਂ ਸੰਤਰੇ ਤੋੜ ਲਿਆਉਂਦਾ ਆ। ਅਸੀਂ ਕੋਈ ਗੱਲ ਨਹੀਂ ਕਰਦੇ। ਕਿਉਂ? ਕਿਉਂਕਿ ਗੁਰਬਾਣੀ ਦੀ ਨੌਲੇਜ ਘੱਟ ਹੈ। ਮੈਂ ਹਰ ਵਾਰ ਬੇਨਤੀ ਕਰਦਾ, ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਿਖਾ ਦਿਓ ਜੀ ਇੱਕ ਵੀ ਪੰਕਤੀ ਕਿ ਜਿੱਥੇ ਇਹ ਲਿਖਿਆ ਹੋਵੇ ਕਿ ਗੁਰਬਾਣੀ ਬਹੁਤੀ ਪੜ੍ਹਨੀ ਹੈ। ਸਾਡੀ ਆਰੰਭਤਾ ਕਿੱਥੋਂ ਹੋਈ ਹੈ ਜੀ? ਅੰਮ੍ਰਿਤ ਵੇਲਾ, ਬੋਲੋ ਜੀ, ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ, ਇੱਥੋਂ ਹੀ ਆਰੰਭਤਾ ਜੀ। ਫਿਰ ਬਾਪੂ ਨੇ ਫਿਰ ਸ਼ਾਮ ਨੂੰ ਚੇਤੇ ਕਰਾਤਾ, ਥਾਲ ਵਿੱਚ 3 7 ਸੰਤੋਖ। ਅਸੀਂ ਗੱਲੇ ਨਹੀਂ ਮੰਨੀ, ਨਾ ਸਵੇਰੇ ਬਾਪੂ ਦੀ ਗੱਲ ਮੰਨੀ ਕਿ ਵਿਚਾਰ ਕਰਨੀ ਹੈ, ਨਾ ਸ਼ਾਮ ਨੂੰ ਮੰਨਣੀ ਹੈ ਵਿਚਾਰ ਕਰਨੀ ਹੈ। ਅਸੀਂ ਪੜ੍ਹਨ 'ਤੇ ਜ਼ੋਰ ਦਿੱਤਾ ਹੋਇਆ, ਪੜ੍ਹੀ ਚਲੋ, ਪੜ੍ਹੀ ਚਲੋ। ਜਿੰਨਾ ਟਾਈਮ ਵਿਚਾਰਦੇ ਨਹੀਂ ਹੈ ਜੀ। ਹੁਣ ਮੈਨੂੰ ਲੱਗਦਾ ਕਿ ਅੱਜ 9ਵਾਂ ਦਿਨ ਹੈ ਜੀ ਗੁਰਬਾਣੀ ਦੀ ਵਿਆਖਿਆ ਕਰਦੇ। ਮੈਂ ਇਹ ਨਹੀਂ ਕਹਿਣਾ ਕਿ ਤੁਹਾਨੂੰ ਮੈਂ 100% ਦੇ ਗਿਆ, ਪਰ ਜਿਨ੍ਹਾਂ ਨੇ 9 ਦਿਨ ਕਥਾ ਸੁਣੀ ਹੈ, ਜੇ 20% ਵੀ ਤੁਹਾਡੇ ਪੱਲੇ ਪੈ ਗਿਆ ਤੇ ਸਾਡਾ ਇੱਥੇ ਬੈਠਾ ਸਫਲ ਹੈ। ਕੁਛ ਤਾਂ ਪੱਲੇ ਪਿਆ ਨਾ। ਹੁਣ ਜੇ ਆਪਾਂ ਕਰਦੇ ਨਹੀਂ, ਹੁਣ ਤੁਹਾਡੇ ਵਿੱਚੋਂ ਐਸੇ ਸਰੀਰ ਬੈਠੇ ਹੋਣੇ, ਇਮਾਨਦਾਰੀ ਨਾਲ ਆਪਾਂ ਕੋਈ ਹੱਥ ਨਹੀਂ ਖੜੇ ਕਰਾਉਣੇ, ਆਪਣੇ ਆਪ ਇਮਾਨਦਾਰੀ ਨਾਲ। ਕਈਆਂ ਨੇ ਤਾਂ
ਇਹ ਬਾਣੀ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ ਕਿ ਬਾਣੀ ਕਿਹੜੇ ਅੰਗ ਤੇ ਆ, ਪੜ੍ਹੀ ਹੋ ਨਹੀਂ ਕਦੇ। ਉਹ ਕਿਸੇ ਨਿਤਨੇਮ ਦੀ ਬਾਣੀਆਂ ਤੋਂ ਇਲਾਵਾ ਦੂਜੀ ਤੀਜੀ ਬਾਣੀ ਕੋਈ ਪੜ੍ਹਦੇ ਨਹੀਂ ਹੈ। ਹੋਰ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਆ, ਸਾਰੇ ਵਾਚਣ ਵਾਲੇ ਆ, ਸਾਰੀ ਵਿਆਖਿਆ ਵਾਲੇ ਆ। ਜਦੋਂ ਤੱਕ ਅਸੀਂ ਵਿਆਖਿਆ ਨਹੀਂ ਕਰਦੇ, ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਦੇ, ਸਾਨੂੰ ਬਾਪੂ ਕਹਿ ਕੇ ਕੀ ਗਿਆ ਆ, ਅਸੀਂ ਗੱਲੇ ਨਹੀਂ ਸਾਡੇ ਪੱਲੇ ਪੈਣੀ ਜੀ। ਦੇਖੋ ਨਾ ਕਿੱਡੀ ਵੱਡੀ ਗੱਲ ਬਾਬਾ ਨਾਨਕ ਕਰ ਗਿਆ। ਉਹ ਦੂਜੇ ਪਾਸੇ ਪਾਣੀ ਦੇ ਰਹੇ ਆ, ਬਾਬਾ ਕਹਿੰਦਾ ਸਵਾਲ ਨਹੀਂ ਕਰਨਾ, ਸਵਾਲ ਨਹੀਂ ਕਰਨਾ। ਮਰਦਾਨੇ ਆਪ ਦੂਜੇ ਪਾਸੇ ਪਾਣੀ ਦਿੰਦੇ ਆ। ਜਦੋਂ ਆ ਕੇ ਸਵਾਲ ਕੀਤਾ ਤੁਸੀਂ ਪੁੱਠੇ ਪਾਸੇ ਪਾਣੀ ਦੇ ਰਹੇ ਹੋ, ਤੇ ਬਾਬਾ ਕਹਿੰਦਾ ਤੁਸੀਂ ਪੁੱਠੇ ਪਾਸੇ ਦੇ ਰਹੇ ਹੋ, ਅਸੀਂ ਇਹਦੇ ਵਾਸਤੇ ਦੇ ਰਹੇ ਆ, ਬਾਬਾ ਕਹਿੰਦਾ ਇਹਦੇ ਵਾਸਤੇ ਦੇ ਰਹੇ। ਗੱਲ ਛਿੜ ਗਈ ਨਾ ਉੱਥੇ। ਮੇਰੇ ਪੈਰ ਉੱਧਰ ਕਰੋ, ਮੱਕੇ ਦੀ ਧਰਤੀ 'ਤੇ ਸਵਾਲ ਹੈ, ਮੇਰੇ ਪੈਰ ਉੱਧਰ ਕਰੋ ਜਿੱਧਰ ਅੱਲਾ ਨਹੀਂ ਹੈ। ਕਿੱਡੀ ਵੱਡੀ ਕ੍ਰਾਂਤੀਕਾਰੀ ਬਾਬੇ ਦੀਆਂ ਗੱਲਾਂ ਆ। ਜਗਨਨਾਥਪੁਰੀ ਜਾਣਾ, ਬਾਬਾ ਕਹਿੰਦਾ ਨਾਮ ਕੀ ਹੈ ਜੀ? ਕਹਿੰਦਾ ਜਗਨਨਾਥ। ਜਗਨਨਾਥ ਦੇ ਅਰਥ ਕੀ ਹੈ? ਜਗਨ ਮਤਲਬ ਕਿ ਦੁਨੀਆਨਾਥ, ਦੁਨੀਆ ਦਾ ਮਾਲਕ। ਬਾਬਾ ਕਹਿੰਦਾ ਦੁਨੀਆ ਦਾ ਮਾਲਕ ਕਮਰੇ 'ਚ ਬੰਦ ਹੋਏਗਾ? ਦੋ ਜਵਾਬ ਬਾਬੇ ਨੂੰ। ਨਾਮ ਕੀ ਰੱਖਿਆ? ਜਗਨਨਾਥ। ਤੇ ਜਗਨਨਾਥ ਕਮਰੇ 'ਚ ਬੰਦ ਹੋਏਗਾ? ਤੇ ਬਾਬੇ ਨਾਨਕ ਦੀ ਦਲੀਲ ਦਾ ਜਵਾਬ ਕੋਈ ਨਹੀਂ ਸੀਗਾ। ਉਹ ਅਸੀਂ ਬਾਬੇ ਨਾਨਕ ਦੇ ਸਿੱਖ ਆ। ਜੇ ਬਾਬਾ ਭਾਈ ਚੌਕੜੀ ਮਾਰ ਕੇ ਬੈਠਾ ਰਹਿੰਦਾ ਕਿ ਚਲੋ ਵੀ ਮਰਦਾਨਾ ਖੋਲ ਲਾ ਗੁੜਕਾ ਕਰੀਏ, ਇੱਥੇ ਬਾਣੀ ਪੜ੍ਹੀ ਜਾਂਦੇ ਆ ਆਪਾਂ, ਹਫ਼ਤਾ ਤੱਕ ਤੈਨ ਲਾਉਣਾ, ਹਫ਼ਤਾ ਤੱਕ ਮੈਂ ਲਾਉਣਾ, ਚੱਲੀ ਜਾਊਗੀ ਲੜੀ, ਤੇ 3 ਕਰੋੜ ਸਿੱਖ ਬਣ ਜਾਂਦਾ ਜੀ? ਨਹੀਂ ਬਣਦਾ ਸੀਗਾ। ਬਾਬਾ ਕੱਲੇ ਘਰ ਵਿੱਚ ਜਾ ਕੇ ਬੜਿਆ। ਫਿਰ ਕਹਿਣਾ ਪਿਆ ਭਾਈ ਗੁਰਦਾਸ ਨੂੰ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਸ਼ਬਦ ਦੀ ਬਦੌਲਤ ਬਾਬੇ ਨਾਨਕ ਨੇ ਸਿੱਧਾਂ ਦੀ ਮੰਡਲੀ ਵੀ ਜਿੱਤ ਲਈ। ਜਿਹੜੀ ਸਿੱਧ ਆਪਣੇ ਕਹਿ ਲਓ ਕਿ ਗੋਰਖਨਾਥ ਦੇ ਗੁਣ ਗਾਉਂਦੇ ਸੀਗੇ, ਉਹ ਵੀ ਸਾਰੇ ਸਿੱਧ ਕਹਿ ਉੱਠੇ ਧੰਨ ਨਾਨਕ ਤੇਰੀ। ਬੋਲੋ ਜੀ, ਧੰਨ ਨਾਨਕ ਤੇਰੀ। ਕਿਉਂ ਕਿਹਾ? ਕਿਉਂਕਿ ਬਾਬੇ ਨੇ ਸ਼ਬਦ ਦੀ ਗੱਲ ਕੀਤੀ। ਪਰ ਸਾਡੇ 'ਚ ਕਮੀਆਂ ਰਹਿ ਗਈਆਂ ਜੀ। ਹਰ ਵਾਰ ਕਹਿੰਦਾ ਹੈ ਕਿ ਜਿਸ ਮਕਸਦ ਵਾਸਤੇ ਗੁਰਦੁਆਰੇ ਸਾਹਿਬ ਬਣੇ ਸਨ, ਅੱਜ ਅਸੀਂ ਉਸ ਮਕਸਦ ਤੋਂ ਬੜੇ ਦੂਰ ਬੈਠੇ ਹਾਂ। ਬਾਬੇ ਨਾਨਕ ਨੇ ਸੱਜਣ ਠੱਗ ਨੂੰ ਜੇ ਭਾਈ ਸੱਜਣ ਬਣਾਇਆ ਤੇ ਉਹਦੀ ਝੋਪੜੀ ਨੂੰ ਧਰਮਸ਼ਾਲਾ ਬਣਾਤਾ ਸੀਗਾ। ਧਰਮਸ਼ਾਲਾ ਦਾ ਅਰਥ ਹੁੰਦਾ ਸੀਗਾ ਇੱਥੋਂ ਹੁਣ ਧਰਮ ਦੀ ਗੱਲ ਸਿੱਖਿਓ। ਦੀਵੇ ਤੋਂ ਦੀਵੇ ਬਲਦੇ ਜਾਂਦੇ ਸੀਗੇ। 3 ਕਰੋੜ ਸਿੱਖ ਬਾਬੇ ਨੇ ਲੜੀਆਂ ਚਲਾਤੀ ਸੀਗੀ। ਕੋਡੇ ਰਾਖਸ਼ ਵਰਗੇ ਨੂੰ ਬਾਬੇ ਨੇ ਸਿੱਧੇ ਮਾਰਗ ਪਾਤਾ। ਜਿਹੜਾ ਕੋਡਾ ਰਾਖਸ਼ ਦੁਨੀਆ ਨੂੰ ਮੌਤ ਦਿੰਦਾ ਸੀਗਾ, ਹੁਣ ਬਾਬੇ ਦੇ ਸ਼ਬਦ ਦੇ ਵਿੱਚੋਂ ਜ਼ਿੰਦਗੀ ਦੇ ਰਿਹਾ। ਕਦੇ ਪੜ੍ਹੋ ਨਾ ਜੀ ਕੋਡੇ ਭੀਲ ਦਾ, ਤੁਸੀਂ ਇਤਿਹਾਸ ਪੜ੍ਹਿਓ। ਕੋਡਾ ਭੀਲ ਉਹ ਹੈ, ਹੁਣ ਅਸੀਂ ਰਾਖਸ਼ ਕੇ ਗੱਲ ਸਾਰ ਦਿੰਦੇ ਆ। ਅਸਲ 'ਚ ਕੋਡਾ ਭੀਲ ਉਹ ਆ ਜਿਹੜਾ ਕਿ ਭਾਰਤ ਦਾ ਮੂਲ ਨਿਵਾਸੀ ਹੈ, ਜਿਹਨੂੰ ਤੁਸੀਂ ਆਪਾਂ ਕਹਿੰਦੇ ਕਾਲੇ ਲੋਕ ਸੀਗੇ ਜੀ। ਜਦੋਂ ਗੋਰੇ ਇੱਧਰ ਆਏ, ਉਹਨਾਂ ਨੇ ਮਾਰਿਆ ਕੁੱਟਿਆ, ਇਹਨਾਂ ਨੂੰ ਭਜਾਤੇ। ਇਹ ਜੰਗਲ 'ਚ ਬੈਠਾ, ਆਪਣੇ ਉਜੜੇ ਹੋਏ ਘਰਾਂ ਦਾ ਬਦਲਾ ਲੈਣਾ। ਜਿਹੜੇ ਉੱਧਰ ਜਾਂਦੇ ਸੀਗੇ ਫਿਰ ਉਹਨਾਂ ਨੂੰ ਮਾਰਦਾ ਸੀਗਾ। ਫਿਰ ਬਾਬਾ ਨਾਨਕ ਗਿਆ, ਉਹ ਕਹਿੰਦਾ ਕਿਉਂ ਮਾਰਦਾ? ਕਹਿੰਦਾ ਇਹਨਾਂ ਨੇ ਮੇਰੇ ਘਰ ਉਜਾੜੇ। ਬਾਬਾ ਕਹਿੰਦਾ ਬਦਲਾ ਲੈ, ਪਰ ਤਰੀਕਾ ਬਦਲ। ਐਵੇਂ ਕਤਲ ਨਾ ਕਰ ਲੋਕਾਂ ਦੇ, ਪੜ੍ਹਾਈ ਕਰ, ਚੰਗਾ ਬੰਦਾ ਬਣ। ਹੁਣ ਅੱਜ ਹਿੰਦੁਸਤਾਨ ਦਾ ਸਭ ਤੋਂ ਵੱਧ ਪੜ੍ਹਿਆ ਹੋਇਆ ਜਿਹੜਾ ਸੂਬਾ ਹੈ ਕਿਹੜਾ ਜੀ? ਜਦੋਂ ਆਪਾਂ ਤਿਆਰ ਕਰਦੇ ਆ ਪੂਰਾ ਹਿੰਦੁਸਤਾਨ ਦਾ ਸਭ ਤੋਂ ਵੱਧ ਪੜ੍ਹਿਆ ਸੂਬਾ ਕਿਹੜਾ ਜੀ? ਕੇਰਲਾ। ਹੁਣ ਤੁਸੀਂ ਕੇਰਲਾ ਦਾ ਜਿਹੜਾ ਸਭ ਤੋਂ ਵੱਡਾ ਪਿਛੋਕੜ ਹੈ ਉਹ ਭਾਈ ਜਾ ਕੇ ਕੋਟੇ ਰਾਖਸ਼ ਨਾਲ ਜੁੜੋ। ਪੂਰੀ ਗੇਮ ਸਾਰੀ ਉਹਦੀ ਹੈ। ਕਿੱਥੋਂ ਤੋਂ ਕਿੱਥੋਂ ਗੱਲ ਬਾਬੇ ਨਾਲ ਜੁੜੀ ਹੋਈ ਹੈ। ਸ਼ਿਵਾਜੀ ਮਰਾਠੇ ਨੂੰ ਦੁਨੀਆ ਮੰਨਦੀ ਫਿਰਦੀ ਹੈ ਕਿ ਬਹੁਤ ਵੱਡਾ ਯੋਧਾ ਹੈ, ਅਸੀਂ ਮੰਨ ਲਿਆ ਜੀ। ਸ਼ਿਵਾਜੀ ਮਰਾਠੇ ਦਾ ਉਸਤਾਦ ਸੀਗਾ ਸਮਰੱਥ ਰਾਮਦਾਸ, ਤੇ ਸਮਰੱਥ ਰਾਮਦਾਸ ਦਾ ਉਸਤਾਦ ਗੁਰੂ ਹਰਗੋਬਿੰਦ ਪਾਤਸ਼ਾਹ ਆ। ਸ਼ਿਵਾਜੀ ਮਰਾਠੇ ਦੇ ਉਸਤਾਦ ਦਾ ਉਸਤਾਦ ਗੁਰੂ ਹਰਗੋਬਿੰਦ ਪਾਤਸ਼ਾਹ ਆ। ਇਹ ਗੱਲ ਕੌਣ ਦੱਸੇਗਾ? ਦੁਨੀਆ ਨੇ ਅੱਜ ਤਾਨਸੇਨ ਵਰਗਿਆਂ ਨੂੰ ਸਿਰ ਤੇ ਚੁੱਕਿਆ ਹੋਇਆ ਕਿ ਬਹੁਤ ਵੱਡਾ ਸੰਗੀਤ ਦਾ ਦਾਤਾ ਮੰਨਿਆ ਹੋਇਆ। ਜਿਹੜਾ ਤਾਨਸੇਨ ਦਾ ਉਸਤਾਦ ਹੈ ਉਹ ਭਾਈ ਮਰਦਾਨੇ ਦਾ ਚੇਲਾ ਆ। ਇਹ ਕੌਣ ਦੱਸੇਗਾ? ਮੇਰਾ ਕਹਿਣ ਦਾ ਭਾਵ ਆ ਸੰਗਤ ਜੀ, ਸਾਡੇ ਕੋਲ ਬਹੁਤ ਕੁਛ ਪਿਆ ਆ। ਅਸੀਂ ਪੜ੍ਹਨ ਵੱਲ ਰੁਚੀ ਵਧਾਈਏ। ਜੇ ਪੜ੍ਹ ਨਹੀਂ ਸਕਦੇ ਤੇ ਸੁਣਨ ਤਾਂ ਆਈਏ। ਸਾਨੂੰ ਕਿਹਾ ਕੀ ਗਿਆ? ਸੋ ਮਾਲਕ ਨੇ ਸਾਨੂੰ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ, ਸ਼ਬਦ ਦੀਆਂ ਪੋਥੀਆਂ ਦੇ ਕੇ ਮੱਥਾ ਟੇਕ ਦਿੱਤਾ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ, ਹੁਣ ਅਗਲੀ ਗੱਲ ਜਿਹੜੀ ਹੈ ਉਹ ਆਪਾਂ 6ਵਾਂ ਪਦਾ ਲਾਸਟ ਪਦਾ ਜੀ, ਕੱਲ੍ਹ 1 ਤਰੀਕ ਹੈ, ਇਹ ਗੱਲ ਆਪਾਂ ਵਿਚਾਰ ਕਰਾਂਗੇ। ਦਾਤਾ ਸਤਿਗੁਰ ਜੀ ਕਿਰਪਾ ਕਰੇ।
आओ मालक जी के चरणों 'ਚ एक बार फिर फतेह बुला दीए जी। आखो वाहिगुरू जी का खालसा वाहिगुरू जी की फतेह। सो लाइव चलता सीगा, मैं तां करके पहला बोलिया नहीं जी। मेरे वीर बड़े सत्कारयोग ਅੰਮ੍ਰਿਤਸਰ तो दिल्ली तो पहुँचे, इन्हों का भी धन्यवाद जी। आया था गुरु मालक दाता किरपा करे, चढ़दियाँ कला बख्शे जी, मालक जी मिरामत करे। सलोक पवन गुरु पानी पिता, माता धरत महत, दिवस रात